पौड़ी ए जग आप उपायों कर चोज विडान पंच तात विच पाईयन मोह झूठ गुमान आवे जाए पवाहीऐ मन मुख आज्ञान एक नाय आप बुझायो गुरमुख हर ज्ञान भगत खजाना बख्शियो हर नाम निदान भगत खजाना बख्शियो हर नाम निदान हर नाम निदान। सतगुरु श्री गुरु ग्रंथ साहब महाराज जी की मुबारक साध संगत जो प्रभात वेले सजी है, जिस विच सज बैठे सतसंगी जनों, आप जी ने जिस बचन का पाठ सुनना कीता है, ये शब्द तीजे पातशाह गुरु अमरदास महाराज जी का उचारण किया होया गुरु ग्रंथ साहब महाराज जी की पवित्र बाणी दे अंदर सूही राग दे विच सूही की वार दी चौथी पौड़ी है, जो गुरु ग्रंथ साहब महाराज जी दे पावन अंग 786 ते सुभायमान है। इस पवित्र पौड़ी दे विच गुरु अमरदास महाराज गुरमत दा की गोहज भाव साडे मुतलक कह रहे हैं। वख्यान दे द्वारा उस गोहज भाव तक पहुँचण दा यतन आरंभ करते हैं। वख्यान की आरंभता तो पहला एक बार सारे ही सतसंगी जना ने बड़े ही प्यार ਅਤੇ गुरु की भै भावनी दे नाल कहना जी ओ वाहिगुरु जी का खालसा ओ वाहिगुरु जी की फतेह। सतगुरु गुरु अमरदास महाराज जी ने इस सूही की वार की चौथी पौड़ी दे अंदर जिक्र किया है, ए जग आप उपायों कर चोज विडान। गुरु अमरदास महाराज जी कहते हैं कि परमेश्वर ने ये जग आप पैदा किया है,
ਇਹ ਕੁਦਰਤ ਆਪ ਪੈਦਾ ਕੀਤੀ ਹੈ, ਇਹ ਸੰਸਾਰ ਆਪ ਪੈਦਾ ਕੀਤਾ ਹੈ। ਤੇ ਜਦੋਂ ਪੈਦਾ ਕੀਤਾ ਹੈ, ਜੋ ਪੈਦਾ ਕੀਤਾ ਹੈ ਉਹ ਬੜਾ ਹੈਰਾਨ ਕਰਨ ਵਾਲਾ, ਬੜਾ ਹੀ ਆਪਣੇ ਆਪ ਵਿੱਚ ਅਚਰਚਕਿਤ ਕਰਨ ਵਾਲਾ ਹੈ, ਜਿਹਨੂੰ ਗੁਰਦੇਵ ਨੇ ਆਖਿਆ ਕਰ ਚੋਜ ਵਿਡਾਣ। ਵਿਡਾਣ ਕਹਿੰਦੇ ਨੇ ਹੈਰਾਨ ਕਰਨ, ਕਿ ਕੋਈ ਕੰਮ ਦੇਖੀਏ ਤੇ ਉਸ ਕਾਰਜ ਦੀ ਗੰਭੀਰਤਾ ਨੂੰ ਦੇਖ ਕੇ ਤੇ ਸਾਡੇ ਅੰਦਰ ਇੱਕ ਹੈਰਾਨੀ ਪੈਦਾ ਹੋਏ, ਇੱਕ ਵਿਸਮਾਦ ਪੈਦਾ ਹੋਏ, ਇੱਕ ਅਚਰਚਕਤਾ ਪੈਦਾ ਹੋਏ, ਇਸ ਨੂੰ ਵਿਡਾਣ ਕਹਿੰਦੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕਹਿਣ ਦਾ ਭਾਵ ਹੈ ਕਿ ਇਹ ਕੁਦਰਤ ਵਾਹਿਗੁਰੂ ਦੀ ਪੈਦਾ ਕੀਤੀ ਹੈ, ਤੇ ਜੋ ਵੀ ਉਹਨੇ ਪੈਦਾ ਕੀਤਾ ਹੈ, ਉਹਦੀ ਪੈਦਾ ਕੀਤੀ ਹੋਈ ਹਰ ਇੱਕ ਚੀਜ਼ ਹੈਰਾਨ ਕਰਨ ਵਾਲੀ ਹੈ, ਜਿਸ ਨੂੰ ਸਤਿਗੁਰ ਨੇ ਪਵਿੱਤਰ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਆਖਿਆ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੈ ਫਿਰੈ ਜੰਤ। ਭਾਵ ਇਹ ਜਿਹੜਾ ਵਿਸਮਾਦ ਸ਼ਬਦ ਹੈ, ਸਤਿਗੁਰੂ ਜੀ ਨੇ ਇਸ ਸੰਦਰਭ ਦੇ ਵਿੱਚ ਹੀ ਵਰਤਿਆ ਕਿ ਵਾਹਿਗੁਰੂ ਨੇ ਇਹ ਜੋ ਸਾਰਾ ਸੰਸਾਰ ਬਣਾਇਆ, ਇਹ ਬੜਾ ਹੀ ਹੈਰਾਨ ਕਰਨ ਵਾਲਾ ਹੈ। ਇਹਦੀਆਂ ਗੰਭੀਰਤਾਵਾਂ, ਇਹਦੇ ਅੰਦਰ ਕੁਦਰਤ ਦੇ ਨੇਮ, ਇਹਦੇ ਅੰਦਰ ਚੱਲ ਰਹੀਆਂ ਕਾਰਜ ਪ੍ਰਣਾਲੀਆਂ, ਇਹ ਸਾਰਾ ਕੁਝ ਬੜਾ ਹੈਰਾਨ ਕਰਨ ਵਾਲਾ ਹੈ ਜਦੋਂ ਅਸੀਂ ਬਾਰੀਕ ਮਹੀਨ ਦ੍ਰਿਸ਼ਟੀ ਦੇ ਨਾਲ ਦੇਖਦੇ ਹਾਂ। ਇੱਕ ਸਮਾਂ ਐਸਾ ਸੀਗਾ ਜਦੋਂ ਬੰਦੇ ਦਾ ਕੁਦਰਤ ਦੇ ਗੋਹਜ ਨਿਯਮਾਂ ਦੇ ਨਾਲ ਬੜਾ ਗਹਿਰਾ ਸੰਬੰਧ ਸੀਗਾ। ਲੋਕ ਮੁਹੱਬਤ ਕਰਿਆ ਕਰਦੇ ਸਨ ਕੁਦਰਤ ਦੇ ਨਿਯਮਾਂ ਨੂੰ, ਕੁਦਰਤ ਦੇ ਨਿਯਮਾਂ ਨੂੰ ਜਾਣਨ ਦੀ ਚਾਹਨਾ ਰੱਖਦੇ ਸਨ। ਪਰ ਧੀਰੇ ਧੀਰੇ ਜਿਵੇਂ ਪਦਾਰਥਕ ਖਿੱਚ ਵਧੀ ਹੈ, ਭਾਵ ਬੰਦੇ ਦੇ ਆਲੇ ਦੁਆਲੇ ਪਦਾਰਥਾਂ ਦਾ ਘੇਰਾ ਸੌੜਾ ਹੁੰਦਾ ਗਿਆ ਹੈ, ਇਹ ਚੀਜ਼ ਅੰਦਰੋਂ ਮਨਫੀ ਹੁੰਦੀ ਗਈ ਹੈ, ਕਿਉਂਕਿ ਪਦਾਰਥ ਦੇ ਪਿੱਛੇ ਖੜਿਆ ਹੈ ਵਪਾਰ, ਤੇ ਵਪਾਰ ਜਿੱਥੋਂ ਪੈਦਾ ਹੁੰਦਾ ਹੈ, ਜੋ ਵਪਾਰ ਨੂੰ ਪੈਦਾ ਕਰਦਾ ਹੈ, ਉਹ ਕਦੀ ਨਹੀਂ ਇਸ ਚੀਜ਼ ਨੂੰ ਬਰਦਾਸ਼ਤ ਕਰੇਗਾ ਕਿ ਬੰਦੇ ਦੇ ਆਲੇ ਦਾਲੇ ਦਾ ਘੇਰਾ ਉਹਦੀਆਂ ਚੀਜ਼ਾਂ ਤੋਂ ਬਾਹਰ ਕਿਸੇ ਹੋਰ ਚੀਜ਼ ਬਾਰੇ ਸੋਚੇ, ਬਾਹਰ ਕਿਸੇ ਦੂਜੀ ਚੀਜ਼ ਬਾਰੇ ਸੋਚੇ। ਇਸੇ ਕਰਕੇ ਉਹਨੇ ਘੇਰਾ ਹੀ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ, ਬੰਦੇ ਨੂੰ ਕੁਦਰਤ ਦਾ ਪੈਦਾ ਕੀਤਾ ਹੋਇਆ ਘਾਹ ਤੇ ਮਾੜਾ ਲੱਗਦਾ ਹੈ, ਪਰ ਕਾਰਖਾਨੇ ਦੇ ਵਿੱਚ ਪੈਦਾ ਹੋਇਆ ਪਲਾਸਟਿਕ ਦੇ ਜ਼ਰੀਏ ਤੋਂ ਇੱਕ ਘਾਹ ਵਧੀਆ ਲੱਗਦਾ। ਤੁਸੀਂ ਘਰਾਂ ਦੀ ਦੁਰਦਸ਼ਾ ਦੇਖ ਰਹੇ ਹੋ, ਬੰਦੇ ਨੂੰ ਉਹ ਫੁੱਲ ਮਾੜੇ ਲੱਗਦੇ ਨੇ ਜਿਹੜੇ ਕੁਦਰਤ ਨੇ ਪੈਦਾ ਕੀਤੇ ਨੇ, ਪਰ ਕਾਰਖਾਨੇ ਵਿੱਚ ਬਣੇ ਹੋਏ ਉਹਨਾਂ ਦੇ ਬਨਾਵਟੀ ਫੁੱਲ ਘਰਾਂ ਦੇ ਵਿੱਚ ਜਗ੍ਹਾ ਲੈ ਰਹੇ ਨੇ, ਤੇ ਬੰਦੇ ਉਹਨਾਂ ਦੀਆਂ ਤਾਰੀਫਾਂ ਕਰਦੇ ਹਨ। ਇਹਨੂੰ ਕੀ ਕਹੋਗੇ? ਇਹ ਸ਼ੁਰੂਆਤ ਉੱਥੋਂ ਹੋਈ ਹੈ ਜਦੋਂ ਪਦਾਰਥ ਦਾ ਘੇਰਾ ਬੰਦੇ ਦੇ ਆਲੇ ਦੁਆਲੇ ਘੱਤਿਆ ਜਾਣ ਲੱਗਾ ਹੈ। ਤਾਂ ਜਿੱਥੋਂ ਪਦਾਰਥ ਪੈਦਾ ਹੁੰਦਾ ਹੈ, ਉਸ ਨੇ ਬੰਦੇ ਨੂੰ ਸਭ ਤੋਂ ਪਹਿਲਾਂ ਕੁਦਰਤ ਦੇ ਨਾਲੋਂ ਤੋੜਿਆ, ਕਿਉਂਕਿ ਜਿਨੇ ਪਦਾਰਥ ਬਣਾਇਆ ਉਹਨੇ ਚੀਜ਼ਾਂ ਉਹੀ ਬਣਾਈਆਂ ਨਹੀਂ ਜੋ ਆਲੇ ਦੁਆਲੇ ਕੁਦਰਤ 'ਚ ਨੇ, ਉਹਨਾਂ ਦੀ ਨਕਲ ਹੀ ਕੀਤੀ ਹੈ, ਉਹਨਾਂ ਦਾ ਰੂਪ ਹੀ ਤਿਆਰ ਕੀਤਾ ਹੈ, ਉਹਨਾਂ ਦਾ ਸਾਰਾ ਕੁਝ ਇੰਨ ਭਿੰਨ ਤਿਆਰ ਕੀਤਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਕਦੇ ਸਾਡੇ ਘਰਾਂ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਸੱਤ ਨਾਜਾ, ਉਹ ਖਾਧਾ ਜਾਂਦਾ ਸੀ, ਭਾਵ ਸੱਤਾਂ ਅਨਾਜਾਂ ਦਾ ਮਿਕਸ ਰੂਪ ਲੋਕ ਖਾਂਦੇ ਸਨ। ਪਰ ਜਿਵੇਂ ਪਦਾਰਥਕ ਪਹੁੰਚ ਵਧੀ ਹੈ, ਉਹ ਚੀਜ਼ ਸਾਡੇ ਘਰਾਂ ਚੋਂ ਦੂਰ ਹੋ ਗਈ ਹੈ, ਤੇ ਉਹੀ ਚੀਜ਼ ਜਦੋਂ ਫੈਕਟਰੀ ਚੋਂ ਤਿਆਰ ਹੋ ਕੇ ਕਿਸੇ ਚਵਨਪ੍ਰਾਸ਼ ਦੇ ਰੂਪ 'ਚ ਜਾਂ ਕਿਸੇ ਹੋਰ ਚੀਜ਼ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਆ, ਤੇ ਅਸੀਂ ਉਹਨੂੰ ਬੜੇ ਪਿਆਰ ਨਾਲ ਖਾਂਦੇ ਆ, ਪੈਸੇ ਲੈ ਕੇ ਖਾਂਦੇ ਆ, ਆਪਣੇ ਬੱਚਿਆਂ ਨੂੰ ਵੀ ਖਵਾਉਂਦੇ ਆ। ਹਾਲਾਂਕਿ ਚਾਹੇ ਉਹ ਕੰਮ ਕਰੇ ਜਾਂ ਨਾ ਕਰੇ,
ਪਰ ਉਹਨੇ ਸਾਡੀ ਮਾਨਸਿਕਤਾ ਦੇ ਵਿੱਚ ਇਹ ਚੀਜ਼ ਜਿਹੜੀ ਹੈ ਵਾੜ ਦਿੱਤੀ ਹੈ। ਸਾਨੂੰ ਆਪਣੀ ਚੀਜ਼ ਜਿਹੜੀ ਕੁਦਰਤ ਚੋਂ ਮਿਲੀ ਸੀ, ਜੋ ਸਾਡੇ ਬਜ਼ੁਰਗਾਂ ਨੇ ਕੁਦਰਤ ਵਿੱਚੋਂ ਖੋਜ ਕੇ ਸਾਨੂੰ ਦਿੱਤੀ ਸੀ, ਉਹ ਭੈੜੀ ਲੱਗਣ ਲੱਗੀ, ਉਹ ਪੇਂਡੂ ਹੋ ਗਈ ਹੈ, ਉਹ ਪਿਛੋਕੜ ਵਾਲੀ ਹੋ ਗਈ ਹੈ। ਸੋ ਦੋ ਚੀਜ਼ਾਂ ਬੜੀਆਂ ਹੈਰਾਨ ਕਰਨ ਵਾਲੀਆਂ ਨੇ। ਜਿਵੇਂ ਜਿਵੇਂ ਘੇਰਾ ਆਲੇ ਦੁਆਲੇ ਸੋੜਾ ਹੁੰਦਾ ਗਿਆ, ਜਿੱਥੋਂ ਪਦਾਰਥ ਆਇਆ ਸੀ ਉਸ ਨੇ ਦੋ ਚੀਜ਼ਾਂ ਕੀਤੀਆਂ। ਉਹਨੇ ਸਭ ਤੋਂ ਪਹਿਲੀ ਚੀਜ਼ ਬੰਦੇ ਨੂੰ ਇਹ ਜਚਾ ਦਿੱਤੀ ਕਿ ਜੋ ਤੇਰੇ ਕੋਲ ਹੈ ਨਾ, ਇਹ ਸਾਰਾ ਪਿਛੋਕੜ ਹੈ, ਪੁਰਾਣਾ ਹੈ, ਇਹਦੇ 'ਚ ਆਧੁਨਿਕਤਾ ਨਹੀਂ ਹੈ, ਇਹਦੇ 'ਚ ਨਵਾਂਪਨ ਨਹੀਂ ਹੈ, ਇਸ ਕਰਕੇ ਇਹਨੂੰ ਛੱਡ ਦੇ। ਬੰਦੇ ਨੇ ਉਹਨੂੰ ਸਹਿਜੇ ਛੱਡ ਦਿੱਤਾ। ਭਾਵ ਪਹਿਲਾਂ ਸਾਨੂੰ ਇਹ ਜਚਾ ਦਿੱਤਾ ਕਿ ਜੋ ਤੇਰੇ ਕੋਲ ਹੈ। ਹੁਣ ਇੱਥੋਂ ਦੇ ਲੋਕ ਕੁੜਤਾ ਪਜਾਮਾ ਪਾਉਂਦੇ ਸਨ ਤੇ ਅੰਗਰੇਜ਼ ਲੋਕ ਕੋਟ ਪੈਂਟ ਪਾਉਂਦੇ ਸਨ, ਹਾਲਾਂਕਿ ਹੈ ਪਹਿਰਾਵਾ ਹੀ ਹੈ। ਪਰ ਜਦੋਂ ਬੰਦੇ ਦੇ ਅੰਦਰ ਇਹ ਚੀਜ਼ ਜਚਾ ਦਿੱਤੀ ਗਈ ਕਿ ਇਹ ਪਿਛੋਕੜ ਵਾਲਾ ਹੈ, ਇਹ ਪਿਛਾਂਹ ਖਿੱਚੂ ਹੈ ਤੇ ਸਾਡਾ ਅਗਾਂਹ ਖਿੱਚੂ ਹੈ, ਬੰਦਿਆਂ ਨੇ ਆਪ ਵਿਰੋਧ ਕੀਤਾ ਆਪਣੇ ਪਹਿਰਾਵੇ ਦਾ, ਆਪਣੀ ਚੀਜ਼ ਦਾ। ਸੋ ਬੜਾ ਕੁਝ ਐਸਾ ਹੈ। ਸੋ ਗੁਰਦੇਵ ਕਹਿੰਦੇ ਨੇ ਇੱਕ ਸਮਾਂ ਐਸਾ ਸੀ, ਮੈਂ ਕਈ ਵਾਰੀ ਉਹ ਸਾਖੀ ਸਾਂਝੀ ਕੀਤੀ ਹੈ, ਅੱਜ ਫੇਰ ਕਰਨ ਲੱਗਾ ਕਿਉਂਕਿ ਇਹ ਤੱਤ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਬਾਰ 'ਚ ਰੋਜ਼ ਬੰਦਾ ਸੇਵਾ ਲੈ ਕੇ ਆਉਂਦਾ। ਉਹ ਕਦੀ ਖਿਚੜੀ ਬਣਾ ਲਿਆਉਂਦਾ ਹੈ, ਕਦੀ ਕੁਝ ਬਣਾ ਲਿਆਉਂਦਾ ਹੈ। ਮੀਆਂ ਬੀਬੀ ਦੋਵੇਂ ਆਉਂਦੇ ਨੇ। ਇੱਕ ਦਿਨ ਹਨੇਰੀ ਆ ਗਈ, ਸਮੇਂ ਸਿਰ ਨਹੀਂ ਪਹੁੰਚ ਸਕੇ। ਆ ਕੇ ਬੜੇ ਉਲਾਮੇ ਦਿੱਤੇ। ਮਹਾਰਾਜ ਨੂੰ ਕਹਿਣ ਲੱਗੇ, ਪਤਾ ਨਹੀਂ ਇਹ ਕਿੱਥੋਂ ਕੁਲੱਖਣੀ ਹਨੇਰੀ ਆ ਗਈ ਹੈ, ਇਹ ਮੀਂਹ ਆ ਗਿਆ, ਇਹ ਝੱਖੜ ਆ ਗਿਆ, ਅਸੀਂ ਤੁਹਾਡੇ ਦਰਬਾਰ 'ਚ ਸਮੇਂ ਸਿਰ ਨਹੀਂ ਪਹੁੰਚ ਸਕੇ। ਮਹਾਰਾਜ ਨੇ ਉਹਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ, ਪਰ ਉਹਦਾ ਇੱਕ ਵਾਜਬ ਉੱਤਰ ਦਿੱਤਾ, ਸਿੱਖਾਂ ਤੂੰ ਕੀ ਕਹਿ ਰਿਹਾ? ਇਹ ਚੀਜ਼ ਕਿੱਥੋਂ ਪੈਦਾ ਹੋ ਰਹੀ ਹੈ? ਇਹ ਤੇਰੇ ਅੰਦਰ ਇਹ ਚੀਜ਼ ਕਿੱਥੋਂ ਆਈ? ਤੈਨੂੰ ਕਿਵੇਂ ਇਹ ਹਨੇਰੀ, ਇਹ ਝੱਖੜ, ਇਹ ਮੀਂਹ ਕਿਵੇਂ ਤੈਨੂੰ ਮਾੜਾ ਲੱਗ ਰਿਹਾ? ਗੁਰਦੇਵ ਦੀ ਸਾਖੀ ਵਿੱਚ ਉਹ ਜ਼ਿਕਰ ਆਉਂਦਾ ਹੈ। ਗੁਰਦੇਵ ਨੇ ਉਹ ਸਿੱਖ ਨੂੰ ਇਹ ਵਿਸ਼ਵਾਸ ਦਿਵਾਇਆ, ਸਿੱਖਾ ਇਹ ਗਲਤ ਨਹੀਂ, ਇਹ ਉਹਦੇ ਹੁਕਮ 'ਚ ਹੈ, ਇਹ ਉਹਦੇ ਭਾਣੇ 'ਚ ਹੈ, ਇਹ ਉਹਦੀ ਰਜ਼ਾ 'ਚ ਹੈ। ਤੂੰ ਇਸ ਰਮਜ ਨੂੰ ਸਮਝ, ਜੇ ਚੀਜ਼ ਨਾ ਹੁੰਦੀ ਤੇ ਇਸ ਕੁਦਰਤ ਦੇ ਵਿੱਚ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਅਛੋ ਰਹਿ ਜਾਣੀਆਂ ਸਨ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਫੁੱਲਾਂ ਨੂੰ ਬੀਜ ਤਾਂ ਹੀ ਪੈਂਦੇ ਹਨ ਜੇ ਪਰਾਗਣ ਹੁੰਦਾ ਹੈ, ਤੇ ਪਰਾਗਣ ਤਾਂ ਹੀ ਹੁੰਦਾ ਹੈ ਜੇ ਹਵਾ ਚੱਲਦੀ ਹੈ। ਹਵਾ ਤੋਂ ਇੱਕ ਫੁੱਲ ਤੋਂ ਪਰਾਗਣ ਉੱਡ ਕੇ ਦੂਜੇ ਫੁੱਲ ਤੇ ਜਾਂਦਾ ਤੇ ਅਗਾਂਹ ਉਹਨੂੰ ਬੀਜ ਲੱਗਦੇ ਨੇ, ਉਹਦੇ ਤੋਂ ਫਲ ਬਣਦੇ ਨੇ, ਫੁੱਲ ਬਣਦੇ ਨੇ। ਇਹ ਕੁਦਰਤ ਦਾ ਨੇਮ ਹੈ। ਸੋ ਇਹਨੂੰ ਕੀ ਕਹੋਗੇ? ਸੋ ਸਤਿਗੁਰੂ ਜੀ ਇਸ ਗੱਲ ਨੂੰ ਉਸ ਵਕਤ ਵੀ ਕਰ ਰਹੇ ਸਨ ਤੇ ਅੱਜ ਵੀ ਕਰ ਰਹੇ ਹਨ। ਉਹਨਾਂ ਦਾ ਹੱਥੀਂ ਹਲ ਜੋਣਾ, ਉਹਨਾਂ ਦਾ ਹੱਥੀਂ ਕਿਰਤ ਕਰਨਾ, ਹੱਥੀਂ ਦੁਕਾਨਦਾਰੀ ਕਰਨੀ, ਹੱਥੀਂ ਸਾਰਾ ਕੁਝ ਕਰਨਾ, ਸਾਨੂੰ ਇਹੀ ਗੱਲ ਸਿਖਾ ਰਿਹਾ ਸੀ, ਸਾਨੂੰ ਇਸ ਬੰਨੇ ਸੇਧਤ ਕਰ ਰਿਹਾ ਸੀ। ਸੋ ਅੱਜ ਦੇ ਬਚਨ 'ਚ ਗੱਲ ਆਈ, ਗੁਰਦੇਵ ਕਹਿੰਦੇ ਇਹ ਜਗ ਆਪ ਉਪਾਇਨ, ਇਹ ਸਾਰਾ ਸੰਸਾਰ ਵਾਹਿਗੁਰੂ ਨੇ ਆਪ ਪੈਦਾ ਕੀਤਾ ਹੈ। ਤੇ ਇਸ ਦੇ ਵਿੱਚ ਜਿਹੜੇ ਗੋਝ ਨੇਮ ਨੇ, ਜੋ ਕਰਤੇ ਨੇ ਛੁਪਾ ਦਿੱਤੇ ਨੇ, ਉਹ ਕੀ ਨੇ? ਕਰ ਚੋਜ ਵਿਡਾਣ। ਚੋਜ ਵਿਡਾਣ ਦਾ ਮਤਲਬ ਹੈ ਜਿਵੇਂ ਉਹ ਕੰਮ ਕਰ ਰਹੇ ਨੇ। ਚੋਜ ਦਾ ਮਤਲਬ ਹੁੰਦਾ ਕੰਮ ਕਰ ਰਹੇ ਨੇ। ਬੜੇ ਹੈਰਾਨ ਕਰਨ ਵਾਲੇ ਨੇ। ਜੇ ਬੰਦਾ ਧਿਆਨ ਨਾਲ ਦੇਖੇਗਾ ਤੇ ਉਹ ਨਿਯਮ ਬੰਦੇ ਨੂੰ ਇੱਕ ਵਾਰ ਵਿਸਮਾਦ 'ਚ ਲੈ ਜਾਣਗੇ। ਕੁਝ ਨਿਯਮਾਂ ਦਾ ਜ਼ਿਕਰ ਸਤਿਗੁਰ ਨੇ ਬਾਣੀ 'ਚ ਵੀ ਕੀਤਾ ਹੈ। ਮੈਂ ਇੱਕ ਦੋਆਂ ਦਾ ਜ਼ਿਕਰ ਤੁਹਾਡੇ ਨਾਲ ਕਰਾਂ। ਇੱਕ ਨਿਯਮ ਉਹਨਾਂ ਨੇ ਜ਼ਿਕਰ ਇਹ ਕੀਤਾ ਹੈ, ਉੱਥੇ ਉਹਨਾਂ ਨੇ ਉਦਾਹਰਨ ਜਿਹੜੀ ਹੈ ਸ਼ੇਰ ਤੇ ਬੱਕਰੀ ਦੀ ਲਈ ਹੈ, ਪਰ ਗੱਲ ਕੁਦਰਤ ਦੇ ਨਿਯਮ ਦੀ ਕੀਤੀ ਹੈ। ਉਹ ਕਹਿੰਦੇ ਨੇ ਸਿੰਘ ਬੱਕਰੀ ਇੱਕ ਤੈ ਥਾਂ ਰੱਖੈ। ਸਿੰਘ ਦਾ ਸੁਭਾਅ, ਸ਼ੇਰ ਦਾ ਸੁਭਾਅ ਅਲੱਗ ਹੈ, ਬੱਕਰੀ ਦਾ ਸੁਭਾਅ ਅਲੱਗ ਹੈ। ਭਾਵ ਦੋਵੇਂ ਇੱਕ ਦੂਜੇ ਤੋਂ ਆਪਾ ਵਿਰੋਧੀ ਨੇ। ਸਤਿਗੁਰੂ ਜੀ ਇਹਨਾਂ ਨੂੰ ਰੂਪਕ ਅਲੰਕਾਰ 'ਚ ਵਰਤ ਕੇ ਤੇ ਕਹਿੰਦੇ ਵਾਹਿਗੁਰੂ ਦਾ ਇਹ ਖਾਸ ਚੋਜ ਵੇਖ, ਉਹਦਾ ਇਹ ਹੈਰਾਨ ਕਰਨ ਵਾਲਾ ਕਰਤੱਵ ਵੇਖ ਕਿ ਉਹਨੇ ਸ਼ੇਰ ਤੇ ਬੱਕਰੀ ਨੂੰ ਇੱਕ ਥਾਂ ਤੇ ਇਕੱਠਾ ਕੀਤਾ। ਇਹਦਾ ਭਾਵ ਕੀ ਹੈ? ਇਹਦਾ ਭਾਵ ਇਹ ਹੈ, ਅੱਗ ਤੇ ਪਾਣੀ ਇਹ ਵਿਰੋਧੀ ਤੱਤ ਨੇ। ਭਾਵ ਕੁਦਰਤ ਦੇ ਜਿਹੜੇ ਵਿਰੋਧੀ ਤੱਤ ਨੇ ਉਹਨੇ ਇੱਕ ਥਾਂ ਤੇ ਟਿਕਾਏ ਹੋਏ ਨੇ। ਉੱਥੇ ਹੀ ਪਾਣੀ ਹੈ, ਉੱਥੇ ਹੀ ਅੱਗ ਹੈ। ਪਾਣੀ ਅੱਗ ਦਾ ਵਿਰੋਧ ਨਹੀਂ ਕਰਦਾ ਤੇ ਅੱਗ ਪਾਣੀ ਦਾ ਵਿਰੋਧ ਨਹੀਂ ਕਰਦੀ। ਇਹਨੂੰ ਕਹਿੰਦੇ ਨੇ, ਗੁਰਦੇਵ ਸਿੰਘ ਬੱਕਰੀ ਇੱਕ ਤੈ ਥਾਂ ਰੱਖੈ।
ਵਾਹਿਗੁਰੂ ਨੇ ਇਸ ਕੁਦਰਤ ਦੇ ਵਿੱਚ ਵਿਰੋਧੀ ਤੱਤਾਂ ਨੂੰ ਇੱਕ ਥਾਂ ਤੇ ਟਿਕਾ ਕੇ ਰੱਖਿਆ ਹੋਇਆ ਹੈ। ਇਹ ਉਹਦਾ ਹੈਰਾਨ ਕਰਨ ਵਾਲਾ ਕੌਤਕ ਹੈ। ਇਹ ਉਹਦਾ ਹੈਰਾਨ ਕਰਨ ਵਾਲਾ ਜਿਹੜਾ ਹੈ ਇੱਕ ਵਿਡਾਣ ਹੈ। ਸਿੰਘ ਬੱਕਰੀ ਇੱਕ ਤਹਿ ਥਾਂ ਰੱਖੈ, ਮਨ ਹਰ ਜਪ ਭਰਮ ਪਉ ਦੂਰ ਕੀਜੈ। ਇਸੇ ਕਰਕੇ ਭਰਮ ਨੂੰ ਮਨ ਚੋਂ ਕੱਢ ਦੇ ਤੇ ਇਸ ਖਾਸ ਉਹਦੇ ਚੋਜ ਨੂੰ ਸਮਝ। ਦੂਜੀ ਗੱਲ ਗੁਰਦੇਵ ਕਹਿੰਦੇ, ਇਹ ਉਦਾਹਰਨ ਗੁਰੂ ਰਾਮਦਾਸ ਮਹਾਰਾਜ ਨੇ ਦਿੱਤੀ ਹੈ ਆਪਣੀ ਬਾਣੀ 'ਚ। ਸਾਡੇ ਜਬਾੜੇ ਦੀ ਹੈ, ਸਾਡੇ ਮੂੰਹ ਦੇ ਅੰਦਰ ਦੀ ਹੈ। ਉਹ ਕਹਿੰਦੇ ਨੇ ਦੰਦ ਕਿੰਨੇ ਨੁਕੀਲੇ ਨੇ, ਕੋਈ ਵੀ ਚੀਜ਼ ਆਏ ਇਹਨਾਂ ਨੂੰ ਕੱਟ ਦਿੰਦੇ ਨੇ, ਵੱਢ ਦਿੰਦੇ ਨੇ। ਕੋਈ ਸਖਤ ਆ ਜਾਏ, ਨਰਮ ਆ ਜਾਏ। ਪਰ ਸਾਡੇ ਸਰੀਰ ਦੇ ਵਿੱਚ ਸਭ ਤੋਂ ਪੋਲਾ ਜਿਹੜਾ ਮਾਸ ਦਾ ਟੁਕੜਾ ਹੈ ਉਹ ਸਾਡੀ ਜ਼ੁਬਾਨ ਹੈ। ਪਰ ਕੁਦਰਤ ਨੇ ਕੈਸਾ ਇੱਕ ਮਾਪ ਤੋਲ ਬਣਾਇਆ ਹੋਇਆ ਕਿ ਇਹਨਾਂ ਸਖਤ ਦੰਦਾਂ ਦੇ ਵਿੱਚ ਇਹ ਕੁਦਰਤ ਦਾ ਇਹ ਸਭ ਤੋਂ ਮਾਸ ਦਾ ਇੱਕ ਪੋਲਾ ਟੁਕੜਾ ਜਿਹੜਾ ਹੈ, ਦੰਦ ਉਸ ਨੂੰ ਕੁਝ ਵੀ ਨਹੀਂ ਕਹਿੰਦੇ। ਕਿਵੇਂ ਚੱਲ ਰਿਹਾ? ਕਹਿਣ ਲੱਗੇ ਕੁਦਰਤ ਦਾ ਇੱਕ ਨੇਮ ਹੈ, ਇਹ ਕੁਦਰਤ ਦਾ ਇੱਕ ਢਾਂਚਾ ਹੈ ਜਿਹੜਾ ਉਸਨੇ ਸਾਡੇ ਇਸ ਜਵਾੜੇ, ਸਾਡੇ ਸਰੀਰ ਦੇ ਅੰਦਰ ਰੱਖਿਆ। ਇਹਨੂੰ ਗੁਰਦੇਵ ਇਸ ਤਰ੍ਹਾਂ ਕਹਿੰਦੇ। ਕਹਿਣ ਲੱਗੇ ਉਹਦਾ ਨੁਕਸਾਨ, ਦੰਦ ਜੀਭ ਦਾ ਨੁਕਸਾਨ ਨਹੀਂ ਕਰਦੇ ਤੇ ਜੀਭ ਦੰਦਾਂ ਦਾ ਨੁਕਸਾਨ ਨਹੀਂ ਕਰਦੀ। ਇਹ ਉਵੇਂ ਹੀ ਹੈ ਸਿੰਘ ਤੇ ਬੱਕਰੀ। ਮੰਨ ਲਓ ਦੰਦ ਜਿਹੜੇ ਨੇ ਇਹ ਸਿੰਘ ਨੇ ਤੇ ਬੱਕਰੀ ਸਮਝ ਲਓ ਜ਼ਬਾਨ ਹੈ। ਇਹ ਦੋਵੇਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ, ਇੱਕ ਥਾਂ ਤੇ ਰਹਿ ਰਹੀਆਂ ਨੇ। ਸੋ ਐਵੇਂ ਬਾਣੀ ਦੇ ਵਿੱਚ ਸਤਿਗੁਰ ਨੇ ਹੋਰ ਕਈ ਥਾਵਾਂ ਤੇ ਕੁਦਰਤ ਦੇ ਕੁਝ ਨਿਯਮਾਂ ਦਾ ਜ਼ਿਕਰ ਕਰਦਿਆਂ ਹੋਇਆਂ ਸਾਨੂੰ ਆਖਿਆ ਕਿ ਇਹਨਾਂ ਨਿਯਮਾਂ ਨੂੰ ਵੇਖ ਕੇ ਤੂੰ ਹੈਰਾਨ। ਪਰ ਖੈਰ, ਜਿਹੜੀ ਗੱਲ ਮੈਂ ਪਹਿਲਾਂ ਕਰ ਦਿੱਤੀ ਹੈ ਕਿ ਜਿਵੇਂ ਜਿਵੇਂ ਸਾਡੇ ਦੁਆਲੇ ਪਦਾਰਥਾਂ ਦਾ ਘੇਰਾ ਘੱਤਿਆ ਜਾਣ ਲੱਗਾ, ਅਸੀਂ ਕੁਦਰਤ ਨਾਲੋਂ ਟੁੱਟ ਰਹੇ ਹਾਂ ਤੇ ਪਦਾਰਥਾਂ ਨਾਲ ਜੁੜ ਰਹੇ ਹਾਂ। ਇਹਨੂੰ ਗੁਰਦੇਵ ਨੇ ਆਖਿਆ ਦਾਤ ਪਿਆਰੀ ਵਿਸਰਿਆ ਦਾਤਾਰਾ। ਅਸੀਂ ਕੁਝ ਦਾਤਾਂ, ਕੁਦਰਤ ਦੀਆਂ ਕੁਝ ਚੀਜ਼ਾਂ ਜਿਹੜੇ ਪਦਾਰਥਕ ਨੇ, ਪਦਾਰਥਕ ਘੇਰੇ ਨੇ, ਉਹਦੇ 'ਚ ਫਸ ਗਏ ਆ। ਜਿਹੜੀ ਸਮੁੱਚੀ ਕੁਦਰਤ ਹੈ ਜਿਹਦੇ ਵਿੱਚੋਂ ਸਤਿਗੁਰ ਨੇ ਆਖਿਆ ਸੀਗਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇੱਥੇ ਜਿਹੜਾ ਸ਼ਬਦ ਹੈ ਕੁਦਰਤ ਦਾ ਮਤਲਬ ਹੈ ਸਮੁੱਚੀ ਕੁਦਰਤ। ਅਸੀਂ ਸਮੁੱਚੀ ਕੁਦਰਤ ਨਾਲੋਂ ਟੁੱਟ ਕੇ ਅਸੀਂ ਚੰਦ ਪਦਾਰਥਾਂ ਦੇ ਘੇਰੇ ਵਿੱਚ ਆ ਗਏ ਆ। ਗੁਰਦੇਵ ਕਹਿੰਦੇ ਠੀਕ ਨਹੀਂ। ਸਾਡੀ ਪਹੁੰਚ ਕੱਪੜਿਆਂ ਤੱਕ ਹੋ ਸਕਦੀ ਹੈ, ਸਾਡੀ ਪਹੁੰਚ ਖਾਣ ਤੱਕ ਹੋ ਸਕਦੀ ਹੈ, ਸਾਡੀ ਪਹੁੰਚ ਘਰ ਦੇ ਪਦਾਰਥਾਂ ਤੱਕ ਹੋ ਸਕਦੀ ਹੈ। ਇਸ ਤੋਂ ਅੱਗੇ ਕੁਦਰਤ ਬੜੀ ਵੱਡੀ ਹੈ। ਗੁਰਦੇਵ ਕਹਿੰਦੇ ਉੱਥੋਂ ਤੱਕ ਸਾਡੀ ਪਹੁੰਚ ਟੁੱਟ ਗਈ। ਇੱਕ ਫਰਕ ਹੈ, ਵੈਸੇ ਅਸੀਂ ਕੁਦਰਤ ਦੇ ਬੰਦੇ ਹਾਂ, ਅਸੀਂ ਕੁਦਰਤ 'ਚੋਂ ਪੈਦਾ ਹੋਇਆ। ਸੋ ਗੁਰਦੇਵ ਨੇ ਇਸ ਨੂੰ ਦੋ ਢੰਗਾਂ ਨਾਲ ਆਖਿਆ। ਇੱਕ ਪਾਸੇ ਆਖਿਆ ਦਾਤ ਪਿਆਰੀ ਵਿਸਰਿਆ ਦਾਤਾਰਾ। ਵਿਸਰਿਆ ਦਾਤਾਰਾ ਦਾ ਭਾਵ ਹੈ ਸਮੁੱਚੀ ਕੁਦਰਤ ਨਾਲੋਂ ਅਸੀਂ ਟੁੱਟ ਗਏ ਹਾਂ। ਉਹਦੇ ਕੁਝ ਪਦਾਰਥ ਜਿਹੜੇ ਸਾਨੂੰ ਚੰਗੇ ਲੱਗਦੇ ਨੇ ਤੇ ਉੱਥੋਂ ਤੱਕ ਅਸੀਂ ਆਪਣਾ ਜੀਵਨ ਸੀਮਤ ਕਰ ਲਿਆ, ਜਿਹਨੂੰ ਗੁਰਦੇਵ ਆਖਦੇ ਨੇ ਖਾਣਾ, ਪੀਣਾ, ਸੌਣਾ, ਹੱਸਣਾ। ਸਾਡੀ ਦੌਰ ਇਹਨਾਂ ਚਾਰਾਂ ਚੀਜ਼ਾਂ ਤੱਕ ਹੈ। ਜਿਹੜੀਆਂ ਚੀਜ਼ਾਂ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਅਸੀਂ ਉੱਥੋਂ ਤੱਕ ਨੇ। ਅਸੀਂ ਉਹਨਾਂ ਪਦਾਰਥਾਂ ਤੱਕ ਸਾਡੀ ਪਹੁੰਚ ਹੈ, ਖਾਣ ਵਾਲਿਆਂ ਤੱਕ, ਪੀਣ ਵਾਲਿਆਂ ਤੱਕ, ਸੌਣ ਵਾਲਿਆਂ ਤੱਕ ਤੇ ਹੱਸਣ ਵਾਲਿਆਂ ਤੱਕ। ਇਹ ਤੋਂ ਅੱਗੇ ਹੋਰ ਕੁਦਰਤ ਬੜੀ ਵੱਡੀ ਹੈ। ਗੁਰਦੇਵ ਕਹਿੰਦੇ ਕਦੀ ਉਹਦੇ ਵਿੱਚ ਤੂੰ ਨੀਜ ਨਾਲ ਧਿਆਨ ਮਾਰ ਕੇ ਵੇਖਿਆ ਹੀ ਨਹੀਂ ਹੈ ਕਿ ਇੰਨਾ ਕੁਝ ਸੀਗਾ ਉਸ ਕਰਤੇ ਪੁਰਖ ਨੇ ਇਸ ਕੁਦਰਤ 'ਚ ਛੁਪੋਇਆ। ਤੂੰ ਕਦੀ ਧਿਆਨ ਨਾਲ ਤੱਕਿਆ ਹੀ ਨਹੀਂ, ਉਹਨੂੰ ਕਦੀ ਧਿਆਨ ਨਾਲ ਵੇਖਿਆ ਹੀ ਨਹੀਂ। ਸੋ ਇੱਕ ਘੇਰਾ ਹੈ ਜਿਹਨੂੰ ਗੁਰਦੇਵ ਪਵਿੱਤਰ ਬਾਣੀ 'ਚ ਆਖਦੇ ਨੇ ਗੁਬਾਰ। ਇੱਕ ਸ਼ਬਦ ਅਸੀਂ ਪਿੱਛੇ ਵੀ ਪੜਿਆ ਸੀ, ਗੁਬਾਰ। ਗੁਬਾਰ ਦਾ ਮਤਲਬ ਹੈ ਜਦੋਂ ਸਾਡੇ ਦੁਆਲੇ ਇੱਕ ਘੇਰਾ ਘੱਤਿਆ ਜਾਂਦਾ ਹੈ, ਅਸੀਂ ਉਸ ਘੇਰੇ ਤੋਂ ਪਾਰ ਨਹੀਂ ਨਿਕਲਦੇ। ਇਹਨੂੰ ਗੁਰਦੇਵ ਗੁਬਾਰ ਕਹਿੰਦੇ ਨੇ। ਤਾਂ ਗੁਰਦੇਵ ਨੇ ਸਾਨੂੰ ਇਉਂ ਸਮਝਾਇਆ ਕਿ ਤੂੰ ਇਸ ਘੇਰੇ ਨੂੰ ਤੋੜ ਕੇ ਇਸ ਅਪਾਰ ਕੁਦਰਤ ਦੇ ਵਿੱਚ ਜੋ ਹੈਰਾਨ ਕਰਨ ਵਾਲੇ ਤੱਤ ਛੁਪੇ ਹੋਏ ਨੇ ਉਹਨਾਂ ਨੂੰ ਦੇਖਣ ਦੀ, ਉਹਨਾਂ ਨੂੰ ਸਮਝਣ ਦੀ ਤੇ ਉਹਨਾਂ ਨੂੰ ਮੰਨਣ ਦਾ ਕੋਸ਼ਿਸ਼ ਕਰ। ਤੋ ਗੁਰਦੇਵ ਕਹਿੰਦੇ ਇਹ ਜਗ ਆਪ ਉਪਾਇਓ ਕਰ ਚੋਜ ਵਿਡਾਣਾ, ਪੰਚ ਤਾਤ ਵਿੱਚ ਪਾਈਨ ਮੋਹ ਝੂਠ ਗੁਮਾਨ। ਜਿਹੜੀ ਇਹ ਕੁਦਰਤ ਬਣਾਈ ਹੈ ਇਹਦੇ 'ਚ ਦੋ
ਪੰਜ ਚੀਜ਼ਾਂ ਅਲੱਗ-ਅਲੱਗ ਨੇ। ਬਾਣੀ ਚ ਉਹਨਾਂ ਦਾ ਅਲੱਗ-ਅਲੱਗ ਜ਼ਿਕਰ ਆਇਆ। ਇੱਕ ਜ਼ਿਕਰ ਆਇਆ ਪੰਜ ਤਤ, ਇੱਕ ਜ਼ਿਕਰ ਆਇਆ ਪੰਜ ਧਾਤ। ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਬਾਣੀ ਵਿੱਚ ਇਹਨਾਂ ਦਾ ਕਈ ਵਾਰੀ ਜ਼ਿਕਰ ਆਏਗਾ। ਕਈ ਵਾਰੀ ਅਸੀਂ ਇਹ ਪੜ੍ਹਦੇ ਹਾਂ, ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਇੱਥੇ ਜਦੋਂ ਪੰਜ ਤਤ ਦਾ ਜ਼ਿਕਰ ਆਉਂਦਾ, ਇਹਦਾ ਭਾਵ ਹੁੰਦਾ ਹੈ ਮਿੱਟੀ, ਪਾਣੀ, ਹਵਾ, ਜਲ, ਆਕਾਸ਼ ਤੇ ਉਹਦੀ ਜੋਤ। ਇਹ ਪੰਜ ਤਤ ਜਿਹੜੇ ਹਨ, ਇਹਨਾਂ ਨੂੰ ਪੰਜ ਤਤ ਕਹਿੰਦੇ ਨੇ ਗੁਰਦੇਵ। ਫਿਰ ਇੱਕ ਜ਼ਿਕਰ ਆਉਂਦਾ ਪੰਜ ਧਾਤ। ਪੰਜ ਧਾਤ ਤੇ ਪੰਜ ਤਤ ਵਿੱਚ ਥੋੜਾ ਫਰਕ ਹੈ, ਇਹਨੂੰ ਥੋੜਾ ਜਿਹਾ ਅਸੀਂ ਸਮਝ ਲਈ। ਵੈਸੇ ਕਈ ਵਾਰ ਅਸੀਂ ਧਾਤ ਦਾ ਅਰਥ ਧਾਤੂ ਵੀ ਕਰਦੇ ਹਾਂ। ਵੈਸੇ ਧਾਤ ਦਾ ਅਰਥ ਧਾਤੂ ਵੀ ਹੈ। ਧਾਤੂ ਦਾ ਭਾਵ ਹੈ ਜਿਵੇਂ ਲੋਹਾ ਇੱਕ ਧਾਤੂ ਹੈ, ਸੋਨਾ ਇੱਕ ਧਾਤੂ ਹੈ, ਤਾਂਬਾ ਇੱਕ ਧਾਤੂ ਹੈ। ਪਰ ਬਾਣੀ ਦੇ ਵਿੱਚ ਜਿਹੜਾ ਧਾਤ ਸ਼ਬਦ ਹੈ, ਇਹਨੂੰ ਗੁਰਦੇਵ ਨੇ ਥੋੜਾ ਜਿਹਾ ਇਸ ਚੀਜ਼ ਤੋਂ ਹਟ ਕੇ ਵਰਤਿਆ। ਧਾਤੂ ਦਾ ਮਤਲਬ ਹੈ, ਮੈਂ ਇਹਨੂੰ ਸਮਝਾਉਣ ਦੇ ਲਈ ਬਾਬਾ ਰਵਿਦਾਸ ਸਾਹਿਬ ਜੀ ਦਾ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਾਂਗਾ। ਉੱਥੋਂ ਇਹ ਸਮਝ ਆ ਜਾਏਗਾ ਕਿ ਇੱਕ ਤੇ ਪੰਜ ਤੱਤ ਲੱਗੇ ਨੇ ਸਰੀਰ ਨੂੰ। ਇੱਕ ਸਾਡੇ ਸਰੀਰ ਵਿੱਚ ਪੰਜ ਧਾਤਾਂ ਨੇ। ਉਹ ਪੰਜ ਧਾਤਾਂ ਕਿਹੜੀਆਂ ਨੇ? ਬਾਬਾ ਰਵਿਦਾਸ ਸਾਹਿਬ ਉਹਨੂੰ ਕਹਿੰਦੇ ਨੇ ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ। ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਇਹਨਾਂ ਪੰਜਾਂ ਧਾਤਾਂ ਨੂੰ ਦੋਖ ਵੀ ਆਖਿਆ। ਇੱਕ ਧਾਤ ਹੈ ਮ੍ਰਿਗ ਵਾਲੀ। ਮ੍ਰਿਗ ਨੂੰ ਕਾਹਦੀ ਧਾਤ ਹੈ? ਮ੍ਰਿਗ ਕਹਿੰਦੇ ਨੇ ਹਿਰਨ ਨੂੰ। ਹਿਰਨ ਨੂੰ ਸੁਣਨ ਦਾ ਚਸਕਾ ਹੈ। ਭਾਵ ਕੁਦਰਤ ਨੇ ਸਾਡੇ ਅੰਦਰ ਇੱਕ ਖਾਸ ਧਾਤ ਪਾਈ ਜਿਹਨੂੰ ਅਸੀਂ ਕਹਿੰਦੇ ਸੁਣਨਾ। ਮ੍ਰਿਗ, ਮੀਨ। ਮੀਨ ਨੂੰ ਕਾਹਦਾ ਹੈ? ਜ਼ਬਾਨ ਦਾ ਚਸਕਾ ਹੈ। ਸਾਡੇ ਅੰਦਰ ਕੁਦਰਤ ਨੇ ਇੱਕ ਖਾਸ ਧਾਤ ਪਾਈ ਜਿਹਨੂੰ ਜ਼ਬਾਨ ਦਾ ਚਸਕਾ ਕਹਿੰਦੇ ਹਨ। ਮ੍ਰਿਗ, ਮੀਨ, ਭ੍ਰਿੰਗ। ਭ੍ਰਿੰਗ, ਭ੍ਰਿੰਗ, ਭ੍ਰਿੰਗ ਕਹਿੰਦੇ ਨੇ ਭੌਰੇ ਨੂੰ। ਭੌਰੇ ਨੂੰ ਕਾਹਦਾ ਚਸਕਾ ਹੈ? ਸੁੰਘਣ ਦਾ। ਸਾਡੇ ਅੰਦਰ ਖਾਸ ਇੱਕ ਧਾਤ ਪਾਈ ਹੈ ਕੁਦਰਤ ਵਾਲੇ ਨੇ ਕਿ ਅਸੀਂ ਕਿਸੇ ਚੀਜ਼ ਨੂੰ ਸੁੰਘ ਕੇ ਮਹਿਸੂਸ ਕਰ ਸਕਦੇ ਹਾਂ। ਮ੍ਰਿਗ, ਮੀਨ, ਭ੍ਰਿੰਗ, ਪਤੰਗ। ਪਤੰਗੇ ਨੂੰ ਕਾਹਦਾ ਚਸਕਾ ਹੈ? ਦੇਖਣ ਦਾ। ਸਾਡੇ ਅੰਦਰ ਇੱਕ ਖਾਸ ਧਾਤ ਪਾਈ ਹੈ ਕਿ ਸਾਨੂੰ ਇੱਕ ਖਾਸ ਦ੍ਰਿਸ਼ਟੀ ਦਿੱਤੀ ਹੈ ਚੀਜ਼ਾਂ ਵੱਲ ਵੇਖਣ ਦੀ। ਭਾਵ ਸਾਡੇ ਤੱਕਣ ਦੀ ਇੱਕ ਖਾਸ ਜਿਹੜਾ ਨਜ਼ਰੀਆ ਹੈ, ਇਹਨੂੰ ਗੁਰਦੇਵ ਕਹਿੰਦੇ ਧਾਤ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ। ਕੁੰਚਰ ਕਹਿੰਦੇ ਹਾਥੀ ਨੂੰ। ਹਾਥੀ ਦੇ ਅੰਦਰ ਇੱਕ ਦੋਖ ਹੈ ਜਿਹਨੂੰ ਕਾਮ ਦਾ ਦੋਖ ਕਹਿੰਦੇ ਨੇ। ਭਾਵ ਸਾਡੇ ਅੰਦਰ ਇੱਕ ਧਾਤ ਵਾਹਿਗੁਰੂ ਨੇ ਪਾਈ ਹੈ ਜਿਹਨੂੰ ਕਾਮ ਦੀ ਧਾਤ ਕਹਿੰਦੇ ਹਨ। ਸੋ ਇਹ ਪੰਜ ਧਾਤਾਂ ਨੇ ਸਾਡੇ ਸਰੀਰ ਦੇ ਅੰਦਰ। ਪਹਿਲੀ ਹੈ ਸੁਣਨ ਦੀ। ਜਿਵੇਂ ਹਿਰਨ ਨੂੰ ਸੁਣਨ ਦਾ ਹੈ, ਉਹ ਕੰਡੇ ਹਿੜੇ ਦੀ ਆਵਾਜ਼ ਦਾ ਮੁਦਈ ਹੋ ਜਾਂਦਾ ਹੈ ਤੇ ਆਲਾ ਦੁਆਲਾ ਭੁੱਜ ਜਾਂਦਾ ਹੈ। ਇਵੇਂ ਸਾਡੇ ਅੰਦਰ ਵੀ ਇੱਕ ਧਾਤ ਹੈ ਜਿਹਨੂੰ ਗੁਰਦੇਵ ਸੁਣਨ ਦੀ ਧਾਤ ਕਹਿੰਦੇ ਹਨ। ਦੂਜੀ ਹੈ ਮ੍ਰਿਗ, ਮੀਨ, ਜ਼ਬਾਨ ਦਾ ਚਸਕਾ। ਤੀਜੀ ਹੈ ਭ੍ਰਿੰਗ, ਭੌਰਾ, ਭਾਵ ਕਿਸੇ ਚੀਜ਼ ਨੂੰ ਸੁੰਘਣ ਦਾ ਚਸਕਾ। ਚੌਥੀ ਹੈ ਪਤੰਗਾ, ਭਾਵ ਦੇਖਣ ਦਾ ਚਸਕਾ। ਤੇ ਪੰਜਵੀਂ ਹੈ ਕਾਮ, ਕਾਮ ਦਾ ਚਸਕਾ। ਇਹ ਪੰਜ ਧਾਤਾਂ ਨੇ। ਇਹ ਪੰਜ ਧਾਤਾਂ ਜ਼ਰੂਰੀ ਵੀ ਨੇ। ਭਾਵ ਇਹਨਾਂ ਦੇ ਦੁਆਰਾ ਜਿਹੜਾ ਹੈ ਸਾਨੂੰ ਇਸ ਕੁਦਰਤ ਦੇ ਨਾਲ ਜਿਹੜਾ ਇੱਕ ਖਾਸ ਸੰਬੰਧ ਵੀ ਜੁੜਦਾ। ਮੰਨ ਲਓ ਜੇ ਸਾਨੂੰ ਕੁਦਰਤ ਨੇ ਇਹ ਪੰਜ ਚੀਜ਼ਾਂ ਨਾ ਦਿੱਤੀਆਂ ਹੁੰਦੀਆਂ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਪਸ਼ੂਆਂ ਦੇ ਨਾਲੋਂ ਵੀ ਨਕਾਰਾ ਹੋਣੀ ਸੀ। ਪਸ਼ੂਆਂ 'ਚ ਪੰਜ ਚੀਜ਼ਾਂ ਨਹੀਂ, ਕਿਸੇ 'ਚ ਇੱਕ ਹੈ, ਕਿਸੇ 'ਚ ਦੋ ਨੇ, ਕਿਸੇ 'ਚ ਤਿੰਨ ਨੇ, ਪਰ ਸਾਡੇ 'ਚ ਪੂਰੀਆਂ ਮੁਕੰਮਲ ਪੰਜ ਨੇ। ਇਹ ਪੰਜ ਗੁਣ ਵੀ ਨੇ। ਭਾਵ ਇਹਨਾਂ ਦੇ ਦੁਆਰਾ ਹੀ ਅਸੀਂ ਆਪਣੇ ਆਪ ਨੂੰ ਡਿਵੈਲਪ ਕਰਦੇ ਹਾਂ, ਭਾਵ ਅੱਗੇ ਵੱਧਦੇ ਹਾਂ। ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਉਵੇਂ ਉਵੇਂ ਪੰਜ ਚੀਜ਼ਾਂ ਅੱਗੇ ਵੱਧਦੀਆਂ ਜਾਂਦੀਆਂ ਨੇ ਸਾਡੇ ਅੰਦਰ। ਜਿਵੇਂ ਜ਼ਿਕਰ ਕੀਤਾ ਮੈਂ ਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਕੁੰਚਰ ਸੁਣਨਾ। ਬੱਚਾ ਥੋੜਾ ਸੁਣਦਾ ਹੈ, ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਉਹਦੇ 'ਚ ਸੁਣਨ ਦੀ ਜਿਹੜੀ ਤਾਕਤ ਹੈ ਬੰਦੇ ਦੇ ਅੰਦਰ ਵੱਧਦੀ ਜਾਂਦੀ ਹੈ। ਅੱਗੇ ਉਹਦੇ 'ਚ ਵਿਕਾਰ ਪੈਦਾ ਹੋ ਜਾਂਦੇ ਨੇ। ਅੱਗੇ ਇਹ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ।
ਸੋ ਇਹ ਗੁਣ ਵੀ ਨੇ, ਜਿਹੜੀਆਂ ਪੰਜ ਧਾਤਾਂ ਨੇ ਇਹ ਗੁਣ ਵੀ ਨੇ ਤੇ ਇਹ ਅਵਗੁਣ ਵੀ ਨੇ। ਹੁਣ ਇਹਨੂੰ ਅਸੀਂ ਸਤਿਗੁਰੂ ਦੀ ਬਾਣੀ ਵਿੱਚੋਂ ਸਮਝਣਾ ਕਿ ਇਹ ਗੁਣ ਕਿੱਥੇ ਨੇ। ਗੁਰਦੇਵ ਨੇ ਇਸੇ ਕਰਕੇ ਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਤੇ ਇਹਨਾਂ ਦੋਵਾਂ ਦਾ ਅਲੱਗ-ਅਲੱਗ ਥਾਵਾਂ ਤੇ ਜ਼ਿਕਰ ਕੀਤਾ। ਜਿੱਥੇ ਇਹ ਗੁਣ ਨੇ ਉੱਥੇ ਵੀ ਜ਼ਿਕਰ ਕੀਤਾ ਕਿ ਇਹ ਬੜਾ ਵਧੀਆ ਹੈ। ਜਿਵੇਂ ਬਾਣੀ ਵਿੱਚ ਸੁਣਨ ਦਾ ਜ਼ਿਕਰ ਆਉਂਦਾ, ਸੁਣਨਾ ਚੰਗਾ ਵੀ ਹੈ ਤੇ ਸੁਣਨਾ ਮਾੜਾ ਵੀ ਹੈ। ਵੇਖਣਾ ਚੰਗਾ ਵੀ ਹੈ, ਵੇਖਣਾ ਮਾੜਾ ਵੀ ਹੈ। ਸੁੰਘਣਾ ਚੰਗਾ ਵੀ ਹੈ, ਸੁੰਘਣਾ ਮਾੜਾ ਵੀ ਹੈ। ਕਾਮ ਚੰਗਾ ਵੀ ਹੈ, ਕਾਮ ਮਾੜਾ ਵੀ ਹੈ। ਜੀਭ ਦਾ ਚਸਕਾ ਚੰਗਾ ਵੀ ਹੈ ਤੇ ਜੀਭ ਦਾ ਚਸਕਾ ਮਾੜਾ ਵੀ ਹੈ। ਭਾਵ ਗੁਰਦੇਵ ਨੇ ਇਹਨਾਂ ਦੋਵਾਂ ਨੂੰ, ਜਿਹੜੀਆਂ ਪੰਜ ਧਾਤਾਂ ਨੇ, ਇਹਨਾਂ ਨੂੰ ਆਖਿਆ ਕਿ ਇਹ ਚੰਗੀਆਂ ਵੀ ਨੇ ਤੇਰੇ ਵਾਸਤੇ ਤੇ ਇਹ ਪੰਜ ਧਾਤਾਂ ਤੇਰੇ ਵਾਸਤੇ ਮਾੜੀਆਂ ਵੀ। ਮੈਂ ਕੁਝ ਹਵਾਲੇ ਬਾਣੀ ਚੋਂ ਦਵਾਂਗਾ। ਜਿਵੇਂ ਸੁਣਨ ਦੇ ਬਾਰੇ ਬਾਬਾ ਕਬੀਰ ਸਾਹਿਬ ਦਾ ਬਚਨ ਆਉਂਦਾ ਇੱਕ ਥਾਂ ਤੇ ਗੁਰਬਾਣੀ ਇਹ ਕਹਿੰਦੀ ਹੈ, ਭਾਈ ਜਿੰਨਾ ਸੁਣਿਆ ਜਾ ਸਕੇ ਤੂੰ ਸੁਣ, ਤੈਨੂੰ ਕੰਨ ਸੁਣਨ ਵਾਸਤੇ ਹੀ ਦਿੱਤੇ ਨੇ। ਆਪਾਂ ਪੜ੍ਹਦੇ ਆ ਨਾ, ਇਹ ਸ਼ਰਵਣੋ ਮੇਰਿਓ ਸੱਚ ਹੈ, ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਕੰਨ ਸੁਣਨ ਵਾਸਤੇ ਦਿੱਤੇ ਨੇ, ਪਰ ਸੁਣਨਾ ਕੀ ਹੈ ਤੇ ਕੀ ਨਹੀਂ ਸੁਣਨਾ। ਬਾਬਾ ਜੀ, ਬਾਬਾ ਕਬੀਰ ਸਾਹਿਬ ਆਪਣੀ ਪਵਿੱਤਰ ਬਾਣੀ ਚ ਕਹਿੰਦੇ ਨੇ, ਕਹਿੰਦੇ ਸੰਤ ਮਿਲੇ, ਕੋਈ ਚੰਗਾ ਬੰਦਾ ਮਿਲ ਜਾਏ, ਸੰਤ ਮਿਲੇ ਕਿ ਜੋ ਸੁਣੀਐ ਕਹੀਐ, ਮਿਲੇ ਅਸੰਤ। ਪਰ ਕੋਈ ਮਾੜਾ ਬੰਦਾ ਮਿਲ ਜਾਏ ਨਾ, ਮਸਤ ਕਰ ਰਹੀ ਹੈ, ਨਾ ਉੱਥੇ ਬੋਲ ਤੇ ਨਾ ਕੁਝ ਸੁਣ। ਸੋ ਦੋਵੇਂ ਪੱਖ ਨੇ। ਗੁਰਦੇਵ ਕਹਿੰਦੇ ਸੁਣਨਾ ਵੀ ਹੈ, ਕੀ ਸੁਣਨਾ ਇਹ ਵੀ ਦੱਸਿਆ ਤੇ ਕੀ ਨਹੀਂ ਸੁਣਨਾ ਬਾਣੀ ਨੇ ਇਹ ਵੀ ਦੱਸਿਆ। ਬਾਬਾ ਉੱਥੇ ਗੁਰੂ ਬਾਬਾ ਕਬੀਰ ਸਾਹਿਬ ਜੀ ਇਹ ਗੱਲ ਕਹਿੰਦੇ ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਨਾਮ ਰਵ ਰਹੀ ਹੈ। ਅੱਗੇ ਉਹ ਇੱਕ ਉਦਾਹਰਨ ਦਿੰਦੇ, ਕਹਿੰਦੇ ਨੇ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਵੇ ਸੋ ਕਬਹੂ ਨਾ ਡੋਲੇ। ਕਹਿੰਦੇ ਨਜਾਇਜ਼ ਗੱਲਾਂ ਕੌਣ ਕਰਦਾ ਹੈ? ਕਹਿੰਦੇ ਉਹ ਕਰਦਾ ਜਿਹੜਾ ਅੰਦਰੋਂ ਖਾਲੀ ਹੋਏ। ਵਿਅਰਥ ਦੀਆਂ ਗੱਲਾਂ ਉਹ ਕਰਦਾ ਜਿਹੜਾ ਅੰਦਰੋਂ ਖਾਲੀ ਹੈ, ਜਿਹੜਾ ਘੜੇ ਦੇ ਵਰਗਾ ਹੈ। ਘੜੇ ਉਸੇ ਵਿੱਚੋਂ ਆਵਾਜ਼ ਨਿਕਲਦੀ ਹੈ ਜਿਹੜਾ ਅੰਦਰੋਂ ਖਾਲੀ ਹੈ। ਜਿਹੜਾ ਅੰਦਰੋਂ ਭਰਿਆ ਹੋਏ ਉਹਦੇ ਚੋਂ ਆਵਾਜ਼ਾਂ ਨਹੀਂ ਨਿਕਲਦੀਆਂ। ਸੋ ਅੰਦਾਜ਼ਾ ਲਾ ਕਿ ਜਿਹੜਾ ਅੰਦਰੋਂ ਖਾਲੀ ਹੈ ਉਹ ਨਜਾਇਜ਼ ਬੋਲ ਬੋਲਦਾ ਤੇ ਇਹੋ ਜਿਹੇ ਬੰਦੇ ਦੇ ਬੋਲ ਨਾ ਸੁਣ। ਇਸੇ ਕਰਕੇ ਆਖਿਆ ਮਿਲੇ ਅਸੰਤ। ਅਸੰਤ ਕੌਣ ਹੈ? ਜਿਹੜਾ ਅੰਦਰੋਂ ਖਾਲੀ ਹੈ, ਜਿਹਦੇ ਆਪਣੇ ਅੰਦਰ ਹੋਰ ਕੁਝ ਨਹੀਂ ਹੈ। ਸੋ ਇਹੋ ਜਿਹੇ ਬੰਦੇ ਦੇ ਬੋਲ ਨਾ ਸੁਣ। ਸੋ ਸੁਣਨ ਬਾਰੇ ਅੱਗੇ ਮੈਂ ਜ਼ਿਕਰ ਕੀਤਾ ਹੈ ਜ਼ਬਾਨ ਦੇ ਰਸ ਬਾਰੇ। ਬਾਣੀ ਕਹਿੰਦੀ ਹੈ ਬੜਾ ਜ਼ਰੂਰੀ ਹੈ। ਬਾਣੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਸ ਜ਼ਬਾਨ ਨਾਲ ਤੂੰ ਰਸ ਚਖਣਾ ਹੈ। ਪਰ ਕਾਹਦਾ? ਬਾਬਾ ਜੀ ਨੇ ਬਾਣੀ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਦੋ ਗੱਲਾਂ ਕਹੀਆਂ। ਇੱਕ ਬੰਨੇ ਆਖਿਆ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਤੂੰ ਹੋਰ ਰਸਾਂ ਵਿੱਚ ਰਸੀ ਹੋਈ ਹੈ, ਤੂੰ ਰੱਬ ਦੇ ਨਾਮ ਦਾ ਰਸ ਚਖਿਆ ਹੀ ਨਹੀਂ, ਤੂੰ ਨਾਮ ਦਾ ਰਸ ਚਖ। ਸੋ ਗੁਰਦੇਵ ਨੇ ਆਖਿਆ ਬਾਕੀ ਰਸਾਂ ਨੂੰ ਛੱਡ ਕੇ, ਜਿਨ੍ਹਾਂ ਨੂੰ ਆਖਿਆ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਸੋ ਗੁਰਦੇਵ ਨੇ ਆਖਿਆ ਇੱਕ ਰਸ ਚੰਗਾ ਹੈ ਜਿਹਨੂੰ ਤੂੰ ਚਖਣਾ ਹੈ, ਇੱਕ ਰਸ ਮਾੜਾ ਹੀ ਜਿਹਨੂੰ ਤੂੰ ਤਿਆਗਣਾ ਹੈ। ਸੋ ਧਾਤ ਚੰਗੀ ਵੀ ਹੈ ਤੇ ਧਾਤ ਮਾੜੀ ਵੀ ਹੈ। ਸੋ ਗੁਰਦੇਵ ਨੇ ਅੱਗੇ ਜ਼ਿਕਰ ਕੀਤਾ। ਅਗਲੀ ਗੱਲ ਹੈ ਜਿਹੜੀ ਗੁਰਦੇਵ ਨੇ ਆਖੀ, ਸੁੰਘਣ ਦੀ ਤਾਕਤ। ਗੁਰਦੇਵ ਕਹਿੰਦੇ ਸੁੰਘਣਾ। ਸੁੰਘਣਾ ਦਾ ਭਾਵ ਕਿਸੇ ਚੀਜ਼ ਨੂੰ ਸੁੰਘ ਕੇ ਉਹਦਾ ਅੰਦਾਜ਼ਾ ਲਾਉਣਾ। ਗੁਰਦੇਵ ਨੇ ਇਹਦਾ ਜ਼ਿਕਰ ਵੀ ਪਵਿੱਤਰ ਬਾਣੀ ਦੇ ਵਿੱਚ ਕੀਤਾ ਹੈ। ਇਹ ਬੰਦੇ ਦੀ ਇੱਕ ਖਾਸ ਫਿਤਰਤ ਹੈ, ਉਹਦੇ ਸੁਭਾਅ ਨਾਲ ਇਸ ਗੱਲ ਨੂੰ ਜੋੜਿਆ ਗਿਆ। ਭਾਵ ਜਦੋਂ ਅਸੀਂ ਕਿਸੇ ਬੰਦੇ ਦੇ ਬਾਰੇ ਸੁਣਿਆ ਨਾ ਹੋਵੇ, ਅਸੀਂ ਕਿਸੇ ਬੰਦੇ ਦੇ ਬਾਰੇ ਵੇਖਿਆ ਨਾ ਹੋਵੇ, ਤਾਂ ਇੱਕ ਤੀਜਾ ਗੁਣ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਸੁੰਘ ਕੇ ਅੰਦਾਜ਼ਾ ਲਾ ਲੈਣਾ। ਭਾਵ ਕਿਸੇ ਬਾਰੇ ਸੁਣਿਆ ਨਹੀਂ, ਕਿਸੇ ਦੇ ਬਾਰੇ ਅਸੀਂ ਵੇਖਿਆ ਨਹੀਂ। ਭਾਵ ਕੋਈ ਬੰਦਾ ਸਾਡੇ ਤੋਂ ਦੂਰ ਹੈ,
ਪਰ ਉਹਦੇ ਬਾਰੇ ਇੱਕ ਸਾਡੇ ਕੋਲ ਅੰਦਾਜ਼ਾ ਜ਼ਰੂਰ ਹੈ। ਜਦੋਂ ਉਹਦੀ ਗੱਲ ਚੱਲਦੀ ਹੈ ਤੇ ਅਸੀਂ ਆਪਣੇ ਤਰੀਕੇ ਦੇ ਨਾਲ ਉਹਦੀ ਇੰਟਰਪ੍ਰੀਟੇਸ਼ਨ ਕਰਦੇ ਹਾਂ ਕਿ ਹਾਂ ਉਹ ਇਸ ਤਰ੍ਹਾਂ ਦਾ ਹੋ ਸਕਦਾ। ਇਹਨੂੰ ਕਹਿੰਦੇ ਸੁੰਘਣ ਦੀ ਤਾਕਤ, ਕਿ ਇੱਕ ਧਾਰਨਾ ਆਪਣੇ ਮਨ 'ਚ ਬਣਾ ਲੈਣਾ। ਇਹ ਚੰਗੀ ਵੀ ਹੋ ਸਕਦੀ ਹੈ, ਇਹ ਮਾੜੀ ਵੀ ਹੋ ਸਕਦੀ ਹੈ। ਮੈਂ ਇਤਿਹਾਸ ਵਿੱਚੋਂ ਉਦਾਹਰਨ ਦਵਾਂਗਾ। ਜਦੋਂ ਸਿੱਖ ਮੁਗਲਾਂ ਦੇ ਨਾਲ ਖਹਿ ਰਹੇ ਸਨ ਤਾਂ ਉਸ ਵਕਤ ਦੋ ਗੱਲਾਂ ਸਨ। ਜਿਹੜੇ ਮੁਗਲ ਦਰਬਾਰਾਂ ਵਿੱਚ ਰਹਿੰਦੇ ਸਨ ਉਹ ਸਿੱਧਾ ਸਿੱਖਾਂ ਨੂੰ ਨਹੀਂ ਸੀ ਦੇਖਦੇ। ਉਹਨਾਂ ਨੂੰ ਜਿਵੇਂ ਉਹਨਾਂ ਦੇ ਖੂਫੀਆ ਤੰਤਰ ਵਾਲੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਟੋਟ, ਜਿਹੜੇ ਉਸ ਜ਼ਮਾਨੇ 'ਚ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਮੁਖਬਰੀਏ, ਉਹ ਜਿਵੇਂ ਸਿੱਖਾਂ ਬਾਰੇ ਜਾ ਕੇ ਕਹਿੰਦੇ ਸਨ ਉਵੇਂ ਮੰਨ ਲੈਂਦੇ ਸਨ। ਪਰ ਸਿੱਖ ਉਵੇਂ ਦੇ ਨਹੀਂ ਸਨ। ਜਿਵੇਂ ਮੁਖਬਰੀਏ ਕਹਿੰਦੇ ਸਨ ਉਵੇਂ ਮੰਨ ਲੈਂਦੇ ਸਨ ਤੇ ਉਸੇ ਤਰੀਕੇ ਦੇ ਨਾਲ ਉਹ ਸਿੱਖਾਂ ਦੇ ਬਾਰੇ ਆਪਣੀ ਧਾਰਨਾ ਬਣਾਉਂਦੇ ਸਨ। ਉਹਨਾਂ ਨੇ ਨਾ ਅੱਖੀ ਸਿੱਖਾਂ ਨੂੰ ਦੇਖਿਆ, ਨਾ ਉਹਨਾਂ ਨੇ ਜਿਹੜਾ ਆਪ ਚੰਗੀ ਤਰ੍ਹਾਂ ਸਿੱਖਾਂ ਬਾਰੇ ਸੁਣਿਆ। ਉਹਨਾਂ ਨੇ ਉਸ ਅਣਦੇਖੇ ਤੇ ਨਾ ਆਪ ਸੁਣੇ ਵਿੱਚੋਂ ਜੋ ਮੁਖਬਰੀਆਂ ਨੇ ਕਿਹਾ ਉਹਦੇ ਮੁਤਾਬਕ। ਭਾਈ ਤਾਰੂ ਸਿੰਘ ਦੀ ਸਾਖੀ 'ਚ ਕੀ ਹੈ? ਇਹੀ ਤੇ ਤੱਤ ਹੈ। ਹਰ ਭਗਤ ਨਰੰਜਣੀਆਂ ਜਿਵੇਂ ਕਹਿੰਦੇ ਜਾ ਕੇ ਜ਼ਕਰੀਆ ਖਾਨ ਨੂੰ, ਉਹਦੇ ਤੇ ਅੰਦਾਜ਼ਾ ਲਾ ਲੈਂਦਾ। ਹਾਲਾਂਕਿ ਭਾਈ ਤਾਰੂ ਸਿੰਘ ਤੇ ਉਹਨਾਂ ਦਾ ਵੀ ਭਲਾ ਕਰ ਰਿਹਾ ਜਿਹੜੇ ਉਹਨਾਂ ਦੇ ਦੀਨ ਦੇ ਬੰਦੇ ਨੇ। ਉਹਨਾਂ ਦੇ ਦੀਨ ਦੇ ਬੰਦੇ ਦੀ ਧੀ ਛਡਾਉਣ ਦੇ ਵਿੱਚ ਉਹ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰ ਇਹਨੂੰ ਕਹਿੰਦੇ ਨੇ, ਇਹ ਅੱਜ ਵੀ ਹੁੰਦਾ ਹੈ। ਕਈ ਵਾਰ ਕਿਸੇ ਬੰਦੇ ਨੂੰ ਅਸੀਂ ਦੇਖਿਆ ਨਹੀਂ, ਉਹਦੇ ਬਾਰੇ ਅਸੀਂ ਖੁਦ ਸੁਣਿਆ ਨਹੀਂ, ਅਸੀਂ ਜਦੋਂ ਉਹਦੀ ਚਰਚਾ ਚੱਲਦੀ ਹੈ ਤੇ ਇੱਕ ਆਪਣੇ ਅੰਦਰ ਉਹਦੀ ਵਿਆਖਿਆ ਕੱਢ ਲੈਂਦੇ ਹਾਂ, ਅੰਦਾਜ਼ਾ ਲਾ ਲੈਂਦੇ ਹਾਂ। ਹੋ ਸਕਦਾ ਉਹ ਅੰਦਾਜ਼ਾ ਸਾਡਾ ਸਹੀ ਵੀ ਹੋਵੇ ਤੇ ਹੋ ਸਕਦਾ ਉਹ ਅੰਦਾਜ਼ਾ ਸਾਡਾ ਗਲਤ ਵੀ ਹੋਵੇ। ਐਸਾ ਹੁੰਦਾ ਹੈ। ਤਾਂ ਗੁਰਦੇਵ ਕਹਿੰਦੇ ਇਹ ਜਿਹੜੀ ਤੇਰੀ ਸੁੰਘਣ ਦੀ ਤਾਕਤ, ਸੁੰਘਣ ਦਾ ਮਤਲਬ ਨਾਸਾਂ ਦੇ ਨਾਲ ਨਹੀਂ। ਸੁੰਘਣ ਦਾ ਮਤਲਬ ਹੈ ਜਿਹੜੀ ਚੀਜ਼ ਨਾ ਅਸੀਂ ਆਪ ਕੰਨਾਂ ਨਾਲ ਸੁਣੀ ਹੈ, ਨਾ ਅੱਖਾਂ ਨਾਲ ਵੇਖੀ ਹੈ, ਜਿਹਦੇ ਬਾਰੇ ਕਿਸੇ ਦੂਜੇ ਨੇ ਸਾਨੂੰ ਦੱਸਿਆ, ਇਹਦੇ ਬਾਰੇ ਆਪਣੀ ਇੱਕ ਧਾਰਨਾ ਬਣਾ ਲੈਣੀ। ਜਿਵੇਂ ਸਿੱਖਾਂ ਬਾਰੇ ਹੁਣ ਦੂਜੀ ਗੱਲ ਮੈਂ ਕਰਨ ਲੱਗਾ, ਜਿਨ੍ਹਾਂ ਨੇ ਆਪ ਸਿੱਖਾਂ ਬਾਰੇ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਵੇਖਿਆ, ਉਹ ਕਾਜੀ ਜਿਹੜੇ ਬੜੇ ਜ਼ਹਿਰੀਲੇ ਸਨ, ਜਦੋਂ ਮੈਦਾਨੇ ਜੰਗ ਵਿੱਚ ਸਿੱਖਾਂ ਨੂੰ ਵੇਖਦੇ ਹਨ ਤੇ ਉਹ ਰਹਿ ਨਹੀਂ ਪਾਉਂਦੇ। ਉਹ ਕਹਿੰਦੇ ਕਹਿਣ ਨੂੰ ਭਾਵੇਂ ਮੈਂ ਕਹਿ ਰਿਹਾ ਕੁੱਤੇ ਨੇ, ਪਰ ਇਹ ਕੁੱਤੇ ਨਹੀਂ, ਇਹ ਸ਼ੇਰ ਨੇ। ਜਦੋਂ ਉਹ ਵੇਖਦੇ ਨੇ, ਆਪ ਕਿਸੇ ਦੀ ਗੱਲ ਤੇ ਯਕੀਨ ਨਾ ਕਰਕੇ ਆਪ ਅੱਖੀ ਮੈਦਾਨੇ ਜੰਗ 'ਚ ਵੇਖਦੇ ਨੇ, ਤੇ ਫਿਰ ਉਹਨਾਂ ਦੀ ਧਾਰਨਾ ਸਿੱਖਾਂ ਬਾਰੇ ਬਦਲ ਜਾਂਦੀ ਹੈ ਕਿ ਨਹੀਂ ਯਾਰ, ਜੋ ਅਸੀਂ ਕਹਿ ਰਹੇ ਸਾਂ ਐਸਾ ਨਹੀਂ। ਇਹ ਤੱਤ ਹੈ ਅਸਲ 'ਚ, ਇਹ ਹਰ ਇੱਕ ਬੰਦੇ ਨਾਲ ਦੁਨੀਆ 'ਚ ਹੁੰਦਾ ਹੈ। ਤਾਂ ਗੁਰਦੇਵ ਕਹਿੰਦੇ ਇਹ ਗੁਣ ਵੀ ਹੋ ਸਕਦਾ ਹੈ, ਇਹ ਅਵਗੁਣ ਵੀ ਹੋ ਸਕਦਾ ਹੈ। ਹੋ ਸਕਦਾ ਤੁਹਾਡੀ ਬਣਾਈ ਹੋਈ ਧਾਰਨਾ ਜਿਹੜੀ ਤੁਸੀਂ ਨਾ ਕਿਤੇ ਵੇਖ ਕੇ ਤੇ ਨਾ ਕਿਤੇ ਸੁਣ ਕੇ ਘੜੀ ਹੋਈ ਹੈ, ਉਹ ਠੀਕ ਕੀਤੀ। ਅੱਜ ਇਹਦੀ ਪਰਮਾਰ ਹੈ। ਸੋਸ਼ਲ ਮੀਡੀਆ ਤੇ ਜਦੋਂ ਅਸੀਂ ਦੇਖਦੇ ਆ, ਇਹੀ ਹੁੰਦਾ ਹੈ। ਕੋਈ ਘਟਨਾ ਕਿਤੇ ਘਟੀ ਹੈ, ਨਾ ਅਸੀਂ ਉਹ ਕੰਨੀ ਸੁਣੀ ਹੈ ਤੇ ਨਾ ਅੱਖੀ ਦੇਖੀ ਹੈ। ਜਿਵੇਂ ਉੱਥੇ ਕਿਸੇ ਨੇ ਲਿਖ ਦਿੱਤਾ, ਅਸੀਂ ਉਸ ਨੂੰ ਉਵੇਂ ਪੜ੍ਹਿਆ, ਮਹਿਸੂਸ ਕੀਤਾ ਤੇ ਉਹਦੇ ਬਾਰੇ ਆਪਣੀ ਇੱਕ ਧਾਰਨਾ ਘੜ ਲਈ। ਹੋ ਸਕਦਾ ਉਹ ਧਾਰਨਾ ਚੰਗੀ ਵੀ ਹੋਵੇ ਤੇ ਹੋ ਸਕਦਾ ਮਾੜੀ ਵੀ ਹੋਵੇ। ਬਹੁਤੀ ਵਾਰੀ ਕੀ ਹੁੰਦਾ, ਸਾਡੀ ਧਾਰਨਾ ਗਲਤ ਹੁੰਦੀ ਹੈ ਤੇ ਉਹਦੇ ਚੋਂ ਅਫਵਾਹਾਂ ਬਣ ਜਾਂਦੀਆਂ ਨੇ, ਤੇ ਅਫਵਾਹਾਂ ਫਿਰ ਕਿਹਦਾ ਰੂਪ ਲੈਂਦੀਆਂ ਨੇ ਤੁਹਾਨੂੰ ਪਤਾ ਹੀ ਹੈ। ਉਹਦੇ ਚੋਂ ਦੰਗੇ ਹੁੰਦੇ ਨੇ, ਫਸਾਦ ਹੁੰਦੇ ਨੇ, ਸਾਰਾ ਕੁਝ ਹੁੰਦਾ ਹੈ। ਇਹ ਸਾਰਾ ਕੁਝ ਇੱਥੋਂ, ਇਹ ਬੰਦੇ ਦੀ ਇੱਕ ਅੰਦਰ ਦੀ ਖਾਸ ਬਿਰਤੀ ਹੈ ਜਿਹਦਾ ਜ਼ਿਕਰ ਸਤਿਗੁਰ ਨੇ ਇੱਥੇ ਕੀਤਾ। ਤੇ ਅੱਜ ਇਹ ਬੜੀ ਹਾਵੀ ਹੈ ਕਿ ਬੰਦਾ ਘਰੇ ਬੈਠਿਆ, ਕਮਰੇ 'ਚ ਬੈਠਾ ਹੈ, ਘਟਨਾ ਕਿਤੇ ਦੂਰ ਘਟੀ ਹੋਈ ਹੈ, ਆਪਣੀ ਧਾਰਨਾ ਉਹਦੇ ਬਾਰੇ ਬਣਾ ਰਹੀ ਆ। ਪਿੱਛੇ ਤੁਸੀਂ ਦੇਖਿਆ ਹੋਣਾ ਕਿ ਕੁਝ ਘਟਨਾਵਾਂ ਸਾਡੇ ਪੰਥ 'ਚ ਹੋਈਆਂ, ਕੁਝ ਬੰਦੇ ਘਟਨਾਵਾਂ 'ਚ ਮਰੇ। ਇੱਕ ਧਿਰੇ ਬਣ ਗਈ, ਕਹਿਣ ਲੱਗੇ ਸ਼ਹੀਦ ਨੇ, ਦੂਜੀ ਧਿਰੇ ਕਹਿਣ ਲੱਗੀ ਇਹ ਨਹੀਂ ਸ਼ਹੀਦ ਨੇ। ਇਸੇ 'ਚ ਹੀ ਇੰਨਾ ਸਮਾਂ ਬਰਬਾਦ ਕਰ ਦਿੱਤਾ, ਇੰਨੀ ਵੱਡੀ ਬਹਿਸ ਹੋਈ। ਇੱਕ ਮੁੱਦਾ ਹੋਰ ਤੁਸੀਂ ਥੋੜੇ ਦਿਨ 15 ਅਗਸਤ ਤੋਂ ਪਹਿਲਾਂ ਸੁਣਿਆ ਹੋਣਾ, ਅੱਧੇ ਕਹਿੰਦੇ ਝੰਡਾ ਲਾਉਣਾ, ਅੱਧੇ ਕਹਿੰਦੇ ਝੰਡਾ ਨਹੀਂ ਲਾਉਣਾ। ਇਹ ਧਾਰਨਾ ਕਿਵੇਂ ਘੜੀ ਗਈ? ਨਾ ਜਿਹੜੇ ਬੰਦੇ ਚਰਚਾ ਕਰਦੇ ਨੇ, ਨਾ ਉਹਨਾਂ ਨੂੰ ਇਸ ਝੰਡੇ ਬਾਰੇ ਪਤਾ ਤੇ ਨਾ ਉਸ ਝੰਡੇ ਬਾਰੇ ਪਤਾ, ਨਹੀਂ ਪਤਾ। ਉਹ ਕਮਰਿਆਂ 'ਚ ਬੈਠੇ ਨੇ ਤੇ ਕਮਰਿਆਂ 'ਚ ਬੈਠੇ ਹੋਏ ਲਿਖੀ ਜਾ ਰਹੇ ਨੇ ਤੇ ਬੰਦੇ ਉਹਨਾਂ ਦੇ ਮਗਰ ਤੁਰ ਪੈਂਦੇ ਨੇ, ਤੇ ਉਹ ਤੁਰਦੇ ਤੁਰਦੇ ਅਫਵਾਹਾਂ ਤੱਕ ਤੇ ਲੜਾਈਆਂ ਤੱਕ ਤੇ ਆਪਸ ਵਿੱਚ ਇੱਕ ਦੂਜੇ ਦੇ ਨਾਲ ਗਾਲੀ ਗਲੋਚ ਤੱਕ ਗੱਲ ਪਹੁੰਚਦੀ ਹੈ। ਇਹ ਸਾਰਾ ਸੁੰਘਣ ਦੀ ਤਾਕਤ 'ਚੋਂ ਹੈ। ਸੋ ਸਮਝਣਾ ਇਸ ਗੱਲ ਨੂੰ, ਓਨੀ ਦੇਰ ਤੱਕ ਧਾਰਨਾ ਨਾ ਬਣਾਈਏ
ਜਿੰਨੀ ਦੇਰ ਤੱਕ ਅਸੀਂ ਖੁਦ ਕੰਨੀ ਸੁਣਿਆ ਨਹੀਂ ਤੇ ਖੁਦ ਅੱਖੀਂ ਵੇਖਿਆ ਨਹੀਂ। ਮੈਂ ਇੱਕ ਤੱਤ ਕਹਿ ਕੇ ਅੱਗੇ ਚੱਲਾਂਗਾ। ਬਾਣੀ ਕਹਿੰਦੀ ਹੈ, ਸੰਤਨ ਕੀਏ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਖੀ। ਗੁਰੂ ਕਹਿੰਦੇ ਮੈਂ ਉਹੀ ਕਿਹਾ ਜਿਹੜੀਆਂ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣਿਆ। ਇਹ ਸੁੰਘੀਆਂ ਹੋਈਆਂ ਚੀਜ਼ਾਂ ਨਹੀਂ ਗੀਆਂ। ਇਹਨੂੰ ਕਹਿੰਦੇ ਅਨੁਭਵ। ਇਹਨੂੰ ਕਹਿੰਦੇ ਅਨੁਭਵ। ਜਿੰਨੀ ਦੇਰ ਤੱਕ ਤੁਹਾਡਾ ਅਨੁਭਵ ਨਹੀਂ ਹੈ ਉਨੀ ਦੇਰ ਤੱਕ ਧਾਰਨਾ ਬਣਾ ਲੈਣੀ ਗਲਤ ਗੱਲ। ਹੋ ਸਕਦਾ ਸਾਹਮਣੇ ਵਾਲਾ ਚੰਗਾ ਵੀ ਹੋਵੇ, ਤੁਸੀਂ ਉਹਨੂੰ ਗਲਤ ਸਿੱਧ ਕਰ ਦਿਓ। ਹੋ ਸਕਦਾ ਸਾਹਮਣੇ ਵਾਲਾ ਗਲਤ ਹੋਵੇ, ਤੁਸੀਂ ਉਹਨੂੰ ਚੰਗਾ ਸਿੱਧ ਕਰ ਦਿਓ। ਐਸਾ ਹੁੰਦਾ ਹੈ। ਸੋ ਇਹ ਇੱਕ ਬੜਾ ਖਤਰਨਾਕ ਗੁਣ ਹੈ। ਪਰ ਇਹ ਗੁਰੂ ਕਹਿੰਦੇ ਨੇ ਇਹ ਕੁਦਰਤ ਨੇ ਦਿੱਤਾ ਹੈ। 5 ਗੁਣ, 5 ਧਾਤਾਂ ਦਿੱਤੀਆਂ ਨੇ। ਸੋ ਪਹਿਲੀ ਫੇਰ ਸਮਝ ਲਿਓ। ਪਹਿਲੀ ਹੈ ਜਿਹਨੂੰ ਕਹਿੰਦੇ ਸੁਣਨ ਦੀ ਧਾਤ। ਦੂਜੀ ਹੈ ਜਿਹਨੂੰ ਕਹਿੰਦੇ ਵੇਖਣ ਦੀ ਧਾਤ। ਤੀਜੀ ਹੈ ਜਿਹਨੂੰ ਗੁਰਦੇਵ ਕਹਿੰਦੇ ਸੁੰਘਣ ਦੀ ਧਾਤ। ਤੇ ਚੌਥੀ ਤੀਜੀ ਜਿਹੜੀ ਹੈ ਉਹ ਹੈ ਚਸਕਾ ਜ਼ਬਾਨ ਦਾ, ਇਹ ਧਾਤ। ਤੇ ਚੌਥੀ ਜਿਹੜੀ ਹੈ ਸੁੰਘਣ ਦੀ ਧਾਤ। ਅਤੇ ਪੰਜਵੀਂ ਹੈ ਕਾਮ ਦੀ ਧਾਤ, ਜਿਹਨੂੰ ਗੁਰਦੇਵ ਨੇ ਆਖਿਆ ਕੁੰਚਰ ਦੀ ਧਾਤ। ਕਾਮ ਚੰਗਾ ਵੀ ਹੈ ਤੇ ਕਾਮ ਮਾੜਾ ਵੀ ਹੈ। ਬਾਣੀ 'ਚ ਦੋਵਾਂ ਦਾ ਜ਼ਿਕਰ ਹੈ। ਗੁਰਦੇਵ ਨੇ ਦੋਵਾਂ ਦਾ ਹੀ ਜ਼ਿਕਰ ਕੀਤਾ ਕਿ ਕਾਮ ਚੰਗਾ ਵੀ ਹੈ। ਜਦੋਂ ਇਹ ਸਰੰਚਨਾ ਦੇ ਵਿੱਚ ਕੁਦਰਤ ਇਹਦੇ ਦੁਆਰਾ ਹੀ ਵੱਧ ਰਹੀ ਹੈ, ਭਾਵ ਕੁਦਰਤ ਵਿੱਚ ਨਵੀਆਂ ਚੀਜ਼ਾਂ ਆ ਰਹੀਆਂ ਨੇ, ਉਹਦੇ 'ਚ ਅਹਿਮ ਯੋਗਦਾਨ ਕਾਮ ਦਾ ਹੈ, ਕਾਮਨਾ ਦਾ ਹੈ। ਤੇ ਕੁਦਰਤ ਦੇ ਵਿੱਚ ਜਿਹੜਾ ਵਿਗਾੜ ਪੈਦਾ ਹੋ ਰਿਹਾ ਉਹਦੇ ਵਿੱਚ ਵੀ ਅਹਿਮ ਯੋਗਦਾਨ ਕਾਮ ਦਾ ਹੀ ਹੈ। ਦੋਵੇਂ ਚੀਜ਼ਾਂ ਬਰਾਬਰ ਨੇ। ਲੜਾਈਆਂ ਕਾਹਤੋਂ ਨੇ? ਲੜਾਈਆਂ ਦੇ 3 ਕਾਰਨ ਸਾਡੇ ਇਤਿਹਾਸ ਵਿੱਚ ਦਰਜ ਨੇ, ਜਰ, ਜੋਰੂ ਤੇ ਜ਼ਮੀਨ। ਤਾਂ ਉਹਦੇ 'ਚ ਇੱਕ ਕਾਰਨ ਜਿਹੜਾ ਹੈ ਉਹ ਜੋਰੂ ਦਾ ਭਾਵ, ਜੋਰੂ ਦਾ ਭਾਵ ਉੱਥੇ ਔਰਤ ਨਹੀਂ, ਉੱਥੇ ਜੋਰੂ ਦਾ ਭਾਵ ਹੈ ਕਾਮ, ਲੜਾਈ ਦਾ ਮੂਲ ਕਾਰਨ। ਸੋ ਗੁਰਦੇਵ ਨੇ ਇੱਥੇ ਅੱਜ ਦੇ ਸ਼ਬਦ ਅੰਦਰ ਜ਼ਿਕਰ ਕੀਤਾ, ਕਹਿੰਦੇ ਪੰਜ ਧਾਤ ਵਿੱਚ ਪਾਇਨ। ਸਾਡੇ ਵਿੱਚ 5 ਧਾਤਾਂ ਨੇ, ਖਾਸ ਗੁਣ ਨੇ। ਜੇ ਤੇ ਅਸੀਂ ਉਹਨੂੰ ਗੁਰੂ ਦੀ ਮੱਤ ਨਾਲ ਯੂਜ਼ ਕਰਾਂਗੇ ਤਾਂ ਇਹ ਪੰਜ ਧਾਤਾਂ ਬੜੀਆਂ ਵਧੀਆ ਨੇ। ਸਾਨੂੰ ਚੰਗਾ ਸੁਣਨਾ ਆ ਜਾਏਗਾ, ਸਾਨੂੰ ਚੰਗਾ ਦੇਖਣਾ ਆ ਜਾਏਗਾ, ਸਾਨੂੰ ਚੰਗਾ ਸੁੰਘਣਾ ਆ ਜਾਏਗਾ, ਸਾਨੂੰ ਇਸ ਜ਼ਬਾਨ ਨਾਲ ਚੰਗਾ ਰਸ ਮਾਨਣਾ ਆ ਜਾਏਗਾ, ਸਾਨੂੰ ਕਾਮ ਦੀ ਸਹੀ ਵਰਤੋਂ ਕਰਨੀ ਆ ਜਾਏਗੀ। ਤੇ ਜੇ ਗੁਰੂ ਦੀ ਮੱਤ ਤੋਂ ਅਲੱਗਾ ਜੇ ਇਹ ਚੀਜ਼ਾਂ 3 ਚੀਜ਼ਾਂ ਚੋਂ ਪੈਦਾ ਹੋਈਆਂ, ਕਿਹਦੇ ਵਿੱਚੋਂ? ਗੁਰਦੇਵ ਕਹਿੰਦੇ ਮੋਹ, ਝੂਠ ਤੇ ਗੁਮਾਨ। 3 ਚੀਜ਼ਾਂ ਦਾ ਜ਼ਿਕਰ ਕੀਤਾ। ਜੇ 5 ਚੀਜ਼ਾਂ ਇਹਨਾਂ 3 ਚੀਜ਼ਾਂ ਨਾਲ ਜੁੜ ਗਈਆਂ, ਕਿਹਦੇ ਨਾਲ? ਫਿਰ ਸਮਝ ਲਿਓ। ਗੁਰਦੇਵ ਕਹਿੰਦੇ ਪੰਜ ਧਾਤ ਵਿੱਚ ਪਾਇਓਨ ਮੋਹ, ਝੂਠ, ਗੁਮਾਨ। ਜੇ 5 ਚੀਜ਼ਾਂ ਨਾਲ ਇਹ 3 ਚੀਜ਼ਾਂ ਜੁੜ ਗਈਆਂ, ਕਿਹੜੀਆਂ ਕਿਹੜੀਆਂ? ਗੁਰਦੇਵ ਕਹਿੰਦੇ ਮੋਹ ਜੁੜ ਗਿਆ, ਝੂਠ ਜੁੜ ਗਿਆ, ਗੁਮਾਨ ਜੁੜ ਗਿਆ, ਤੇ 5 ਗੁਣ ਜਿਹੜੇ ਨੇ ਇਹ ਅਵਗੁਣਾਂ 'ਚ ਬਦਲ ਜਾਣਗੇ। ਭਾਵ ਕਹਿਣ ਦਾ ਏ ਕਿ ਜੇ 5 ਧਾਤਾਂ ਦੇ ਉੱਪਰ ਪਰਛਾਵਾਂ ਮੋਹ ਦਾ, ਝੂਠ ਦਾ ਤੇ ਗੁਮਾਨ ਦਾ ਹੈ, ਤੇ 5 ਤੱਤ ਜਿਹੜੇ 5 ਧਾਤਾਂ ਗੁਣ ਦਿੱਤੇ ਨੇ, ਇਹ ਗੁਣ ਹੀ ਤੇਰੇ ਕੀ ਬਣ ਜਾਣਗੇ? ਅਵਗੁਣ ਬਣ ਜਾਣਗੇ। ਤੇਰੀ ਸੁਣਨ ਦੀ ਤਾਕਤ ਹੀ ਤੇਰਾ ਕੀ ਬਣ ਜਾਏਗੀ? ਅਵਗੁਣ ਬਣ ਜਾਏਗੀ। ਸੁਣਨ ਦੀ ਤਾਕਤ ਅਵਗੁਣ ਬਣ ਜਾਏਗੀ। ਤੇਰੇ ਦੇਖਣ ਦੀ ਤਾਕਤ ਤੇਰਾ ਅਵਗੁਣ ਬਣ ਜਾਏਗੀ। ਤੇਰੇ ਸੁੰਘਣ ਦੀ ਤਾਕਤ ਤੇਰਾ ਅਵਗੁਣ ਬਣ ਜਾਏਗੀ। ਤੇਰੇ ਜੀਵ ਦੀ ਤਾਕਤ ਤੇਰਾ ਅਵਗੁਣ ਬਣ ਜਾਏਗੀ। ਤੇਰਾ ਕਾਮ ਤੇਰਾ ਅਵਗੁਣ ਬਣ ਜਾਏਗੀ। ਭਾਵ ਇਹਨੂੰ ਗੁਰਦੇਵ ਕਹਿੰਦੇ ਨੇ ਜਿਹੜਾ ਤੇਰੇ ਅੰਦਰ ਅੰਮ੍ਰਿਤ ਦਿੱਤਾ ਸੀ ਨਾ, ਉਹ ਜ਼ਹਿਰ ਬਣ ਜਾਏਗਾ। ਇਹਨੂੰ ਆਪਾਂ ਰੋਜ਼ ਸ਼ਾਮ ਨੂੰ ਪੜ੍ਹਦੇ ਆਂ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਗੁਣ ਸੀਗੇ, ਪਰ ਇਹ ਕੀ ਹੋਣ ਲੱਗੇ ਨੇ? ਧੀਰੇ ਧੀਰੇ ਗਲਣ ਲੱਗ ਗਏ। ਮੇਰਾ ਸੁਣਨ ਦਾ ਗੁਣ ਗਲਣ ਲੱਗ ਗਿਆ, ਮੇਰੇ ਵੇਖਣ ਦਾ ਗੁਣ ਗਲਣ ਲੱਗ ਗਿਆ, ਮੇਰੇ ਬੋਲਣ ਦਾ ਗੁਣ ਗਲਣ ਲੱਗ ਗਿਆ। ਇਹ ਧੀਰੇ ਧੀਰੇ ਗਲ ਜਾਂਦੇ ਨੇ ਤੇ ਗਲ ਕੇ ਖਤਮ ਹੋ ਜਾਂਦੇ ਨੇ। ਤੇ ਇਹਨਾਂ ਦੀ ਜਗ੍ਹਾ ਕੌਣ ਆ ਜਾਂਦੇ ਨੇ? ਅਵਗੁਣ ਆ ਜਾਂਦੇ ਨੇ। ਗੁਰਦੇਵ ਕਹਿੰਦੇ ਆਵੈ ਜਾਏ ਪਵਾਈ ਹੈ। ਬੰਦਾ ਇਹਨਾਂ 'ਚ ਹੀ ਆਉਂਦਾ ਜਾਂਦਾ ਰਹਿੰਦਾ, ਇਹਨਾਂ ਅਵਗੁਣਾਂ 'ਚ, ਕਦੀ ਇੱਧਰ ਤੇ ਕਦੀ ਇੱਧਰ। ਉਹ ਇੱਕ ਥਾਂ ਤੇ ਨਹੀਂ ਟਿਕ ਸਕਦਾ। ਉਹ ਕਦੀ ਗੁਣਾ ਵਾਲਾ ਹੋ ਜਾਂਦਾ ਹੈ, ਭਾਵ ਕਦੀ ਉਹਦੇ ਅੰਦਰ ਜ਼ੋਰ ਕਰ ਜਾਂਦਾ ਹੈ, ਉਹਨੂੰ ਚੰਗਾ ਵੇਖਣਾ ਵੀ ਆ ਜਾਂਦਾ ਹੈ, ਪਰ ਬਹੁਤੀ ਵਾਰੀ ਕੀ ਹੁੰਦਾ ਹੈ, ਉਹਦਾ ਵੇਖਣਾ ਮਾੜਾ ਵੀ ਹੋ ਜਾਂਦਾ ਹੈ। ਭਾਵ 2 ਪਾਸੜੀ ਜ਼ਿੰਦਗੀ। ਕਦੀ ਉਹ ਚੰਗਾ ਵੀ ਸੁਣ ਲੈਂਦਾ ਹੈ, ਫਿਰ ਉਹਦੇ ਅੰਦਰ ਜ਼ੋਰ ਬੁਰਾਈਆਂ ਕਰਦੀਆਂ ਨੇ, ਉਹ ਮਾੜਾ ਵੀ ਸੁਣ ਲੈਂਦਾ। ਇਹਨੂੰ ਕਹਿੰਦੇ ਆਵੈ ਜਾਏ। ਭਾਵ ਕਦੀ ਉਹ ਚੰਗਿਆਈ ਵਾਲੇ ਬੰਨੇ ਆ ਜਾਂਦਾ ਹੈ,
कदी वो बुराई वाले बने आ जाता। इस तरह डोलदी रहिंदी है उहदी जिंदगी। वो एक थां ते टिक नहीं सकदा, ना ही वो चंगा बन सकिया ना ही वो बुरा बन सकिया। वो एक पासे नहीं खड़ सकिया, ना वो पूरा चंगा बन सकिया ना वो पूरा माड़ा बन सकिया। जिन्होंने गुरुदेव कहते दुविधा च उन्हें जिंदगी बता दी। आए जाए भवाहियां मन मुख अग्याना, कहते ये अग्यानी दी मन मुख दी निशानी है। गुरुदेव अगे जिक्र करदे, इक ना आप बुझाए होन, पर कहते कई ऐसे ने जिन्होंने वाहिगुरु आप सोझी देंदा है, वो बुझ लेंदे ने। गुरमुख हर ज्ञान, जेड़े गुरमुख ने ते जेड़े गुरमुख होके गुरु वाले होके रब दे ज्ञान नाल जुड़े ने, वो फिर इन्हां पंजां धातां दी सही वरतों कर लेंदे ने। भगत खजाना बख्शिओ, ते वाहिगुरु ने ऐसे बंदियां नूं जेड़े गुरु दे ज्ञान नाल जुड़े ने, उन्हां नूं भगती दा खजाना भाव जेड़े 5 गुण दिते ने, इन्हां गुणां दे नाल होर गुणां दा खजाना वाहिगुरु उन्हां बंदियां नूं बख्श दिंदा। इहनूं आपां इउं समझ सकदे हां, बंदे 'च एक अवगुण आ जाए, एक अवगुण दूजे अवगुण नूं खिच लिआउंदा है ते दूजा अवगुण तीजे नूं खिच लिआउंदा है। इहनूं कहंदे घाटा पै जाना। ते जे एक गुण आ जाए, एक गुण दूजे नूं खिच लिआउंदा है, दूजा तीजे नूं खिच लिआउंदा है। इसे नूं गुरुदेव कहंदे भगत खजाना बख्शिओ। उहने सानूं 5 गुण दिते सी, उन्हां 5 गुणां ने अगा एक एक गुण ने 5 नूं खिचिया ते मेरे कोल 25 हो गए। गा उन्हां 25 ने 5 नूं खिचिया ते वो अगा 125 हो गए। ये एक न्यूटनी प्रक्रिया है जिहदा जिक्र गुरुदेव ने बाणी च कीता। परमाणु प्रक्रिया भाव जिहड़ी बड़ी वड्डी गिणती नाल वधदी है, घटदी भी है ते वधदी भी है। भाव एक गुण अगा 5 नूं खिचेगा ते एक अवगुण अगा 5 अवगुणां नूं खिचेगा। ये हुण फैसला असीं करना है। गुरुदेव कहंदे भगत खजाना बख्शिओ। गुरमुख नूं गुरुदेव ने भगती दा खजाना भाव मुढ़ले 5 गुण दिते सन। इहनूं आखिआ कि असीं सारे एक हां। एक किवें आ कि मुढ़ले तौर ते उहने सारिआं नूं इक्को जे गुण दिते ने, पर कई बंदे उन्हां गुणां दी गलत वरतों करके उन्हां नूं अवगुण बना लैंदे ने, वो पिछे रह जांदे ने। कई बंदे उन्हां दी सही वरतों करके उन्हां नूं गुण बना लैंदे ने ते वो अगांह निकल जांदे ने। उन्हां नूं वाहिगुरू ने खजाना बख्शिया। ऐसे बंदियां नूं गुरुदेव ने भगत गुरमुख आखिआ। तो कहंदे भगत खजाना बख्शिओन हर नाम निधान। निधान दा मतलब भी खजाना ही है। सो सतगुरु जी किरपा करन, बाणी दे ये गोज भाव असीं समझण दी कोशिश करिए, असीं सेधत करिए अपने सुणन नूं, अपने वेखण नूं, अपने बोलण नूं, अपनी सुंघण दी ताकत नूं, जिहदे चों जिहदी अज सब तो वड्डी मार वज रही है, खास करके मोबाइल करके, कि असीं बिना देखिया बिना सुनिया धारनावां बना लैंदे आ ते उन्हां धारनावां चों अफवाहां ते सब तो वध फायदा जे कोई चुक रहा ते वो राजनीतिक बंदे चुक रहे हैं। वो इन्हां दे जरिए गलत बंदे अपने आप नूं सही साबित कर रहे हैं ते जिहड़े सही ने उन्हां नूं गलत साबित कर कीता जा रहा है। ये अवगुण जिहड़ा गुण सीगा कुदरत दे विच फैल रहा है। इहदी अज भरमार दुनिया दे विच पई होई है कि गुणी बंदे रो रहे ने ते अवगणी बंदे राज कर रहे ने। इहदा मूल कारण यही है जिहड़ा सतगुर ने इत्थे पवित्र बाणी दे विच छुपो के सानू दस्सिया। होईयां भुलां गलतियां दी खिमा करनी जी। आप सारिआं नूं पता ही है कि 28 तरीक नूं धन श्री गुरु ग्रंथ साहिब महाराज सच्चे पातशाह जिन्हां दी पहली बीड़ तैयार की गई गुरु अर्जन साहिब महाराज वालों, जिन्हों असीं आद बीड़ आखदे हां, ਉਹਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਉਹਦੇ ਬਾਰੇ ਗੁਰਦੁਆਰਾ ਸਾਹਿਬ ਵਿਖੇ 28 ਤਰੀਕ ਨੂੰ ਦੀਵਾਨ ਵੀ ਸੱਜਣੇ ਹਨ। ਅਸੀਂ ਉਸ ਤੋਂ ਪਹਿਲਾਂ ਚਰਚਾ ਸ਼ੁਰੂ ਕਰਾਂਗੇ ਕਿਉਂਕਿ ਇਸ ਖਾਸ ਵਰਤਾਰੇ ਨੂੰ, ਇਸ ਖਾਸ ਘਟਨਾ ਨੂੰ ਸਾਨੂੰ ਸਮਝਣਾ ਬੜਾ ਜ਼ਰੂਰੀ ਹੈ। तो 27 ਤਰੀਕ 26 ਤਰੀਕ ਅਤੇ 25 ਤਰੀਕ ਇਹ 3 ਦਿਨ ਖਾਸ ਜਿਹੜੀ ਵਿਚਾਰ ਹੈ ਉਹ ਕੇਵਲ ਬਾਣੀ ਦੀ ਉਸ ਖਾਸ ਵਿਧਾਨਕ ਵਿਚਾਰ ਬਾਰੇ ਹੋਏਗੀ कि आद बीड़ की रचना क्यों की गई, पिछे की कारण सन, इतिहास विच या बाणी विच बाणी किवें इकट्ठी हुई, ये सारा कुछ 3 दिन असी विचार करके समझण की कोशिश करांगे। आस है कि आप सारे जने कोशिश करोगे।
ਨਾਲ